ਉਹ ਜਿਹੜੇ ਕਿਸਾਨ ਕਹਿ ਰਹੇ ਨੇ ਕਿ ਬਿੱਲ ਵਾਪਸ ਲੈ ਲਓ, ਰਿਪੀਲ ਕਰ ਦਿਓ, ਤੁਸੀਂ ਕਿਉਂ ਨਹੀਂ ਰਹਿਮ ਕਰਦੇ ਹੈਗੇ? ਕਿਉਂ ਇਹ ਬਾਰ-ਬਾਰ ਇੰਨਾ ਦਰਦ ਜਿਹੜਾ ਹੈਗਾ ਇਹਨਾਂ ਨੂੰ ਸਹਿਣਾ ਪੈ ਰਿਹਾ? ਇਹ ਗਲਤ ਗੱਲ ਕਹਿੰਦੇ ਆ। ਹੁਣ ਜਦੋਂ ਬਿੱਲ 'ਚ ਬਚਿਆ ਹੀ ਕੁਝ ਨਹੀਂ, ਇਹਨਾਂ ਦੀਆਂ ਸਾਰੀਆਂ ਗੱਲਾਂ ਮੰਨ ਲਈਆਂ ਤੇ ਉਹ ਬਿੱਲ ਦਾ ਕੀ ਝਗੜਾ ਰਹਿ ਗਿਆ? ਫਿਰ ਵਾਪਸ ਜਦੋਂ ਲੈ ਜਾਣਗੇ ਘਰੇ, ਕੀ ਕਾਰਨ ਵੀ ਕੀ ਹੈ ਕਿ ਉਹ ਨਹੀਂ ਲੈ ਕੇ ਜਾ ਸਕਦੇ? ਭਾਈ ਸਾਹਿਬ ਤੁਸੀਂ ਪੱਤਰਕਾਰ ਹੋ, ਇਦਾਂ ਦੇ ਸਵਾਲ ਨਾ ਪੁੱਛੋ। ਬਿੱਲ ਪੂਰੇ ਦੇਸ਼ ਲਈ ਅਲੱਗ-ਅਲੱਗ ਬਣੇ ਹੋਏ ਆ। ਇਹਨਾਂ ਤੋਂ ਮਜ਼ਬੂਤ ਵਰਗ ਵੀ ਹੈਗੇ ਸਮਾਜ ਦੇ, ਠੀਕ ਹੈ, ਜਿਨ੍ਹਾਂ ਲਈ ਬਿੱਲ ਬਣੇ ਆ, ਉਹ ਸਾਰੇ ਕਹਿਣਗੇ ਸਾਡਾ ਵੀ ਵਾਪਸ ਕਰੋ। ਕਿ ਲੱਗਦਾ ਕਿ ਉਹ ਵੀ ਗਲਤ ਬਣੇ ਹੋਏ ਨੇ, ਇਸ ਕਰਕੇ ਉਹ ਵੀ ਉੱਡ ਜਾਣਗੇ ਜੇ ਉਹ ਬਣੇ ਹੋਏ ਨੇ। ਗਲਤ ਨਾ, ਅਸੀਂ ਤਾਂ ਸਾਰਾ ਕੁਝ ਗਲਤ ਕੀਤਾ, ਸੰਵਿਧਾਨ ਵੀ ਗਲਤ ਬਣਿਆ ਹੋਇਆ। ਕਿਉਂ ਇਦਾਂ ਦੀ ਗੱਲ ਕਰਦੇ ਹੋ? ਤੁਸੀਂ ਪੱਤਰਕਾਰ ਹੋ, ਕਿਹੜਾ ਬਿੱਲ ਗਲਤ ਬਣਿਆ? ਇਹ ਵੀ ਗਲਤ ਨਹੀਂ ਬਣਿਆ। ਇਹ ਮੀਡੀਆ ਗਲਤ ਦਿਸ਼ਾ ਦੇਣ ਦੀ ਕੋਸ਼ਿਸ਼ ਕਰਦਾ। ਇਹ ਗਲਤ ਕਰ ਰਹੇ ਹੋ, ਅਸੀਂ ਕਿੱਥੇ ਸਵਾਲ ਕਰ ਇਹ ਆਮ ਲੋਕਾਂ ਦਾ ਸਵਾਲ ਹੈ, ਕਿਸਾਨਾਂ ਦਾ ਸਵਾਲ ਹੈ। ਗਰੇਵਾਲ ਸਾਹਿਬ ਉਹੀ ਗੱਲ ਹੋ ਗਈ, ਜੇ ਤਾਂ ਸਵਾਲ ਬੀਜੇਪੀ ਦੇ ਹੱਕ ਦੇ ਵਿੱਚ ਪੁੱਛਿਆ ਜਾਵੇ ਤਾਂ ਮੀਡੀਆ ਵਧੀਆ ਹੈ, ਜੇ ਨਹੀਂ ਪੁੱਛਿਆ ਜਾਵੇ। ਪਹਿਲੀ ਗੱਲ ਤਾਂ ਮੈਂ ਪ੍ਰਮਾਤਮਾ ਨੂੰ ਪ੍ਰਾਰਥਨਾ ਕਰਦਾ ਕਿ ਇਹੋ ਜਿਹੇ ਲੋਕਾਂ ਨੂੰ ਸਦਬੁੱਧੀ ਦੇਵੇ। ਨਾ ਤਾਂ ਬਿੱਲ ਇਹ ਗਲਤ ਬਣਿਆ ਸੀ, ਨਾ ਉਹ ਗਲਤ ਬਣਿਆ ਸੀ। ਤੁਸੀਂ ਗੱਲ ਸੁਣੋ, ਬਿੱਲ ਕਿਸਾਨ ਦੇ ਹਿੱਤ 'ਚ ਬਣਿਆ ਸੀ। ਸਾਡੀ ਸਰਕਾਰ ਜਾਂ ਸਾਡੇ ਪ੍ਰਧਾਨ ਮੰਤਰੀ ਕਿਸਾਨ ਵਿਰੋਧੀ ਨਹੀਂ ਹੈ, ਪਰ ਜਦੋਂ ਲੋਕ ਆ ਕੇ ਸੜਕਾਂ ਤੇ ਬੱਚੇ ਮਹਿਲਾਵਾਂ ਤੇ ਉਹ ਬੈਠ ਗਏ ਨੇ, ਇਹ ਸਰਦੀ 'ਚ ਬੈਠੇ ਨੇ, ਸਰਕਾਰ ਨੇ ਉਹਨਾਂ ਦੀ ਰਿਸਪੈਕਟ ਕੀਤੀ। ਗਰੇਵਾਲ ਸਾਹਿਬ ਭੁੱਖ ਆਪਾਂ ਨੂੰ ਨਹੀਂ ਹੋਵੇ, ਕੋਈ ਆਪਾਂ ਨੂੰ ਜਾਣਬੁੱਝ ਕੇ ਰੋਟੀ ਖਵਾਈ ਜਾਵੇ। ਕੀ ਸਵਾਲ ਕਰਦੇ ਹੋ? ਮੈਨੂੰ ਨਹੀਂ ਸਮਝ ਆਉਂਦੀ। ਲੇਮੈਨ ਨੂੰ ਪਤਾ ਹੁੰਦਾ ਕਿਹੜਾ ਬਿੱਲ ਬਣਨਾ ਕੀ ਨਹੀਂ ਬਣਨਾ। ਸਭ ਜਗ੍ਹਾ ਜੋ ਪ੍ਰਕਿਰਿਆ ਬਿੱਲ ਬਣਾਉਣ ਦੀ ਉਹ ਫੋਲੋ ਕੀਤੀ ਗਈ ਹੈ। ਉਹ ਯਾਰ ਇਹਨੂੰ ਗਲਤ ਗੱਲ ਨਾ ਕਰੋ, ਤੁਸੀਂ ਲੋਕਾਂ ਨੂੰ ਗਲਤ ਦਿਸ਼ਾ ਨਾ ਦੇਣ ਦੀ ਕੋਸ਼ਿਸ਼ ਕਰੋ। ਮੇਰੀ ਮੀਡੀਆ ਨੂੰ ਪ੍ਰਾਰਥਨਾ, ਅਸੀਂ ਤਾਂ ਲੋਕਾਂ ਦੀ ਗੱਲ ਤੁਹਾਡੇ ਜ਼ਰੀਏ ਤੁਹਾਡੇ ਤੋਂ ਪੁੱਛ ਰਹੇ ਹਾਂ ਤੇ ਉਹਨਾਂ ਦਾ ਕੀ ਪਹੁੰਚਾ ਰਹੇ ਹੈ? ਨਾ ਬਿੱਲ ਕੋਈ ਗਲਤ ਬਣਿਆ। ਬਿੱਲ ਲੋਕਾਂ ਦੀ ਰਿਸਪੈਕਟ ਕੀਤੀ, ਉਹ ਚੀਜ਼ਾਂ ਅਮੈਂਡਮੈਂਟ ਕਰਤੀਆਂ। ਬਿੱਲ ਵਾਪਸ ਲੈਣ ਜਦੋਂ ਉਹਦੇ 'ਚ ਬਚਿਆ ਨਹੀਂ ਹੈ, ਉਹ ਤਾਂ ਕੋਈ ਜਿਹਦੇ ਕੋਲ ਬੁੱਧੀ ਹੈਗੀ ਆ ਉਹ ਬੰਦਾ ਕਹੇਗਾ ਹੀ ਨਹੀਂ ਬਿੱਲ ਵਾਪਸ ਲੈ, ਉਹਦੇ 'ਚ ਹੈ ਹੀ ਕੁਝ ਨਹੀਂ। ਥੋੜੀ ਹੋਰ ਕਰ ਲਓ, ਜਿਹੜੇ ਬੈਠੇ ਹੋਏ ਨੇ ਉਹਨਾਂ ਦੀ ਜੋ ਗੱਲ ਹੈਗੀ, ਫਿਰ ਮੰਨ ਲਓ ਇੰਨੀ ਰਿਸਪੈਕਟ ਕਰਤੀ ਕਿ ਕਹਿ ਰਹੇ ਰਿਪੀਲ ਕਰਨ ਵਾਲੀ, ਫਿਰ ਕਿਵੇਂ ਗੱਲ ਹੋ ਸਕਦੀ? ਨਹੀਂ ਹੋ ਸਕਦੀ। ਸਾਫ਼ ਤੁਹਾਡੇ ਵੱਲੋਂ ਇਨਕਾਰ ਹੈਗਾ ਇਹ। ਬਈ ਇਹਦੇ 'ਚ ਇਨਕਾਰ ਦੀ ਕੀ ਗੱਲ ਹੈ ਜਦੋਂ 'ਚ ਹੈ ਹੀ ਕੁਝ ਨਹੀਂ? ਤੁਸੀਂ ਕਿਉਂ ਨਹੀਂ ਦੱਸ ਪਾ ਰਹੇ? ਕਿ ਤੁਸੀਂ ਦੱਸ ਦਿਓ, ਤੁਸੀਂ ਸਮਝਾ ਦਿਓ, ਤੁਸੀਂ ਕਿਉਂ ਨਹੀਂ ਸਮਝਾ ਪਾ ਰਹੇ? ਤਾਂ ਦਿੱਤਾ ਮੈਂ ਤੁਹਾਨੂੰ ਸਾਰੀਆਂ ਗੱਲਾਂ ਤੁਹਾਡੇ ਇਹਨੂੰ ਮੀਡੀਆ ਰਾਹੀਂ। ਲੋਕਾਂ ਦੇ ਵਿੱਚ ਬੀਜੇਪੀ ਪ੍ਰਤੀ ਭਰੋਸਾ ਕਿਉਂ ਨਹੀਂ ਰਿਹਾ ਹੈਗਾ? ਜੇ ਬਿਹਾਰ 'ਚ ਭਰੋਸਾ ਨਾ ਹੁੰਦਾ ਅਸੀਂ ਚੁਣਾਵ ਜਿੱਤਦੇ। ਜੇ ਹੁਣ ਅੱਗੇ ਵੈਸਟ ਬੰਗਾਲ 'ਚ ਭਰੋਸਾ ਨਹੀਂ ਹੋਊਗਾ ਅਸੀਂ ਚੁਣਾਵ ਜਿੱਤਾਂਗੇ। ਤੇ ਜਦੋਂ ਪੰਜਾਬ 'ਚ ਆਊਗਾ ਨਾ ਉਦੋਂ ਹੀ ਪਤਾ ਲੱਗ ਜਾਊਗਾ। ਰਿਪੀਲ ਕੀ ਕਰਨਾ? ਕਿਵੇਂ ਖਤਮ ਕਿਵੇਂ ਹੋਊਗਾ ਅੰਦੋਲਨ? ਫਿਰ ਕਿਵੇਂ ਖਤਮ ਹੋਊਗਾ? ਗਰੇਵਾਲ ਸਾਹਿਬ ਤੁਸੀਂ ਆਪ ਦੱਸੋ ਨਾ, ਫਿਰ ਅੰਦੋਲਨ ਖਤਮ ਕਿਵੇਂ ਕਰੋਗੇ? ਇਹ ਤਾਂ ਫਿਰ ਐਵੇਂ ਹੀ ਜਾਰੀ ਰਹੂਗਾ। ਕਿਸਾਨੀ ਘੋਲ ਦਾ ਅੱਜ 24ਵਾਂ ਦਿਨ ਹੈ ਤੇ ਲਗਾਤਾਰ ਇਹ ਸੰਘਰਸ਼ ਹੋਰ ਤਿੱਖਾ ਤੇ ਹੋਰ ਵੱਡਾ ਹੁੰਦਾ ਜਾ ਰਿਹਾ ਹੈ। ਕਿਸਾਨ ਕਹਿ ਰਹੇ ਨੇ ਕਿ ਜੇਕਰ ਹੁਣ ਗੱਲਬਾਤ ਕਰਨੀ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੱਦਾ ਦੇਣ, ਉਸ ਤੋਂ ਇਲਾਵਾ ਅਸੀਂ ਕੋਈ ਗੱਲਬਾਤ ਨਹੀਂ ਕਰਾਂਗੇ। ਸਾਡੇ ਨਾਲ ਭਾਜਪਾ ਦੇ ਆਗੂ ਹਰਜੀਤ ਗਰੇਵਾਲ ਹੋਣੀ ਮੌਜੂਦ ਨੇ। ਗੱਲਬਾਤ ਕਰਦੇ ਹਾਂ ਕਿ ਵਾਕਈ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਇਹਨਾਂ ਕਿਸਾਨਾਂ ਨੂੰ ਸੱਦਾ ਦੇਣਗੇ ਤੇ ਗੱਲਬਾਤ ਜਿਹੜੀ ਹੈਗੀ ਹੈ ਉਹ ਕਿਸਾਨਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਨਾਲ ਹੋਵੇਗੀ ਜਾਂ ਨਹੀਂ ਹੋਵੇਗੀ। ਗਰੇਵਾਲ ਸਾਹਿਬ ਸਵਾਗਤ ਹੈ ਤੁਹਾਡਾ ਟੀਵੀ ਪੰਜਾਬ ਦੇ ਉੱਤੇ। ਕਿਸਾਨ ਜਿੱਥੇ ਪਹਿਲਾਂ ਖੇਤੀਬਾੜੀ ਮੰਤਰੀ ਉਹਨਾਂ ਨਾਲ ਮੁਲਾਕਾਤ ਕਰ ਰਹੇ ਸੀਗੇ, ਨਰਿੰਦਰ ਤੋਮਰ ਜਿਹੜੇ ਸੀਗੇ ਲਗਾਤਾਰ ਗੱਲਬਾਤ ਕਰ ਰਹੇ ਸੀ, ਪਿਊਸ਼ ਗੋਇਲ ਹੋਣੀ ਕਰ ਰਹੇ ਸੀ, ਸੋਮ ਪ੍ਰਕਾਸ਼ ਕਰ ਰਹੇ ਸੀ, ਤੁਸੀਂ ਵਿੱਚ ਜਿਹੜਾ ਸੀਗਾ ਇੱਕ ਡੈਡਲੌਕ ਜਿਹੜਾ ਬਣਿਆ ਹੋਇਆ ਸੀ ਉਹ ਤੁੜਵਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਪਰ ਹੁਣ ਕਿਸਾਨ ਕਹਿੰਦੇ ਗੱਲਬਾਤ ਹੋਊਗੀ ਤਾਂ ਸਿੱਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਊਗੀ। ਇਸ ਤਰ੍ਹਾਂ ਗੱਲਬਾਤ ਤਾਂ ਪ੍ਰਧਾਨ ਮੰਤਰੀ ਜੀ ਨੇ ਵੀ ਕੱਲ ਕਹਿਤਾ, ਉਹਦੇ ਤਾਂ ਮੈਂ ਕੀ ਕਮੈਂਟਸ ਕਰਨੇ ਆ ਕਿ ਜਦੋਂ ਵੀ ਚਾਹਣ ਮਿਲ ਸਕਦੇ ਆ। ਪਰ ਗੱਲ ਤਾਂ ਇਹ ਆ ਕਿ ਇਹ ਆਪਣੀ ਮਾਨਸਿਕਤਾ ਤਾਂ ਬਣਾਉਣ ਕਿ ਵੀ ਅਸੀਂ ਇਹ ਗੱਲ ਖਤਮ ਕਰਨੀ ਹੈ, ਕਿਉਂਕਿ ਪੰਜਾਬ ਦੇ ਹਾਲਾਤ ਐਸੇ ਹੁੰਦੇ ਜਾ ਰਹੇ ਆ ਕਿ ਸਾਡੀ ਫਿਰ ਇਹਨਾਂ ਦੀਆਂ ਗਲਤੀਆਂ ਨਾਲ ਇੱਕ ਜਨਰੇਸ਼ਨ ਖਤਮ ਹੋਏਗੀ ਤੇ ਉਸ ਨੂੰ ਕਿਉਂ ਸੰਕਟ 'ਚ ਪਾ ਰਹੇ ਆ ਔਰ ਪੰਜਾਬ ਦੀ ਅਮਨ ਸ਼ਾਂਤੀ ਨੂੰ ਵੀ ਕਿਉਂ ਪਾ ਰਹੇ ਆ। ਸਰਕਾਰ ਨੇ ਜੋ ਇਹਨਾਂ ਨੇ ਖਦਸ਼ੇ ਜ਼ਾਹਿਰ ਕੀਤੇ ਸੀ ਉਹ ਸਾਰੀਆਂ ਗੱਲਾਂ ਮੰਨ ਲਈਆਂ ਔਰ ਉਹਨਾਂ ਨੂੰ ਕਿਹਾ ਕਿ ਹੋਰ ਵੀ ਕੋਈ ਗੱਲ ਤਾਂ ਲੈ ਆਓ। ਤੁਸੀਂ ਕਹਿ ਰਹੇ ਹੋ ਜਨਰੇਸ਼ਨ ਜਿਹੜੀ ਹੈਗੀ ਉਹ ਖਤਮ ਹੋ ਜਾਵੇਗੀ, ਪਰ ਕਿਸਾਨ ਕਹਿੰਦੇ ਨੇ ਜੇਕਰ ਅੱਜ ਅਸੀਂ ਇੱਥੋਂ ਉੱਠ ਗਏ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ, ਸਾਡੀਆਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਹੈਗੀਆਂ ਉਹ ਖਤਮ ਹੋ ਜਾਣਗੀਆਂ। ਤੁਸੀਂ ਵੀ ਜਨਰੇਸ਼ਨ ਦੀ ਗੱਲ ਕਰ ਰਹੇ ਹੋ, ਉਹ ਵੀ ਜਨਰੇਸ਼ਨ ਦੀ ਗੱਲ ਕਰ ਰਹੇ। ਕਿਉਂ ਖਤਰਾ ਉਹਨਾਂ ਨੂੰ ਕਿਉਂ ਲੱਗਦਾ ਕਿ ਜੇਕਰ ਕਹਿੰਦੇ ਅਸੀਂ ਇਸ ਵਾਰ ਇੱਥੋਂ ਦੀ ਖਾਲੀ ਹੱਥ ਮੁੜ ਗਏ ਤਾਂ ਇਹ ਕੇਂਦਰ ਨੇ ਹੋਰ ਸਾਡੇ ਉੱਤੇ ਹਾਵੀ ਹੋ ਜਾਣਾ?
ਉਹ ਤਾਂ ਉਹਨਾਂ ਦੇ ਕਹਿਣ ਦੀਆਂ ਗੱਲਾਂ ਨੇ। ਕੇਂਦਰ ਕੋਈ ਦੁਸ਼ਮਣ ਥੋੜਾ ਹੈਗਾ ਜੀ। ਸਾਡੀ ਸਰਕਾਰ ਕਿਸਾਨ ਹਿੱਤੂ ਸਰਕਾਰ ਆ। ਮਜ਼ਦੂਰਾਂ ਦੇ ਹਿੱਤ 'ਚ ਅਸੀਂ ਕੰਮ ਕਰ ਰਹੇ ਹਾਂ, ਦੇਸ਼ ਦੇ ਹਿੱਤ 'ਚ ਕਰ ਰਹੇ ਹਾਂ। ਕਿਸਾਨ ਵੀ ਤਾਂ ਦੇਸ਼ ਦੇ ਵਸਿੰਦੇ ਨੇ ਤੇ ਸਾਡੀ ਆਰਥਿਕਤਾ ਵੀ ਉਹਨਾਂ ਤੇ ਆਧਾਰਿਤ ਆ। ਤੇ ਇਸ ਲਈ ਇਹ ਗੱਲਾਂ ਕਰਨੀਆਂ ਤਾਂ ਮੈਂ ਸਮਝਦਾ ਇੱਕ ਬੇਈਮਾਨੀ ਆ। ਇਹ ਨਹੀਂ ਕਰਨੀਆਂ ਚਾਹੀਦੀਆਂ। ਜਨਰੇਸ਼ਨ ਕਿੱਦਾਂ ਖਤਮ ਹੋਏਗੀ? ਜਿੱਦਾਂ ਉੱਥੇ ਲਾਅ ਐਂਡ ਆਰਡਰ ਦੀ ਸਥਿਤੀ ਪੈਦਾ ਹੁੰਦੀ ਜਾਂਦੀ ਹੈ, ਉਸ 'ਚ ਮੈਂ ਕਹਿ ਰਿਹਾ। ਮੈਂ ਕੋਈ ਇਸ ਤਰ੍ਹਾਂ ਨਹੀਂ, ਉਹਨਾਂ ਦਾ ਤਾਂ ਆਪਣਾ ਨਜ਼ਰੀਆ ਸੋਚਣ ਦਾ। ਤੇ ਮੈਨੂੰ ਨਹੀਂ ਸਮਝ ਆਉਂਦੀ ਕਿ ਅੱਜ ਕਮਿਊਨਿਸਟ ਪਾਰਟੀ ਆਫ ਇੰਡੀਆ ਨੇ ਕਹਿਤਾ ਕਿ ਅਸੀਂ ਐਜ਼ ਏ ਪਾਰਟੀ ਇਸ ਅੰਦੋਲਨ 'ਚ ਹੈਗੇ ਹਾਂ। ਇਹਨਾਂ ਨੇ ਪਹਿਲਾਂ ਪੋਲੀਟੀਕਲ ਪਾਰਟੀਆਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ, ਅੰਦੋਲਨ ਸ਼ਾਂਤਮਈ ਰੱਖਿਆ, ਪੀਸਫੁਲ ਰੱਖਿਆ। ਪਰ ਜਿਹੜੇ ਇਹ ਪੋਲੀਟੀਕਲ ਪਾਰਟੀ, ਹੁਣ ਜਿੱਦਾਂ ਬੀਬੀ ਜਗੀਰ ਕੌਰ, ਕੀ ਮਤਲਬ ਸੀ? ਕਹਿੰਦੀ ਅੰਦੋਲਨ ਹੀ ਅਸੀਂ ਚਲਾ ਰੱਖਿਆ। ਠੀਕ ਹੈ ਨਾ, ਇਹਦਾ ਮਤਲਬ ਉਹਨਾਂ ਦੀ ਘੁਸਪੈਠ ਹੈ। ਤੇ ਉਹ ਬੋਲ ਰਹੇ ਆ, ਮੈਂ ਤਾਂ ਨਹੀਂ ਇਹ ਗੱਲ ਬੋਲ ਰਿਹਾ। ਉਸ ਤੋਂ ਬਾਅਦ ਆ ਕਾਂਗਰਸ ਦੇ ਐਮਪੀ ਰਵਨੀਤ ਬਿੱਟੂ, ਔਜਲਾ ਸਾਹਿਬ ਤੇ ਬਾਕੀ ਸਾਰੇ ਜਿਹੜੇ ਆ, ਇਹ ਬਿਨਾਂ ਹੀ ਗੱਲਬਾਤ ਤੋਂ ਇੱਥੇ ਬੈਠੇ ਹੋਏ, ਜਾ ਕੇ ਬੈਠਣ ਦਾ ਕਿਸਾਨਾਂ 'ਚ ਬੈਠਣ, ਇਹਨਾਂ ਦਾ ਸਵਾਗਤ ਵੀ ਬਹੁਤ ਜ਼ਿਆਦਾ। ਲੱਗਦਾ ਕਿ ਦੇਖੋ ਹਰ ਇੱਕ ਪੋਲੀਟੀਕਲ ਪਾਰਟੀ ਜਿਹੜੀ ਹੈਗੀ ਹੈ ਉਹ ਆਪਣਾ ਅਕਸ ਬਚਾਉਣ ਦੇ ਲਈ, ਜਾਂ ਕਹਿ ਲਓ 2022 ਵਾਸਤੇ ਖਾਸ ਤੌਰ ਦੇ ਉੱਤੇ ਇੱਕ ਪੋਲੀਟੀਕਲ ਲਾਹਾ ਲੈਣ ਦੇ ਲਈ ਜਿਹੜੇ ਹੈਗੇ ਇਹੋ ਜਿਹੀ ਬਿਆਨਬਾਜ਼ੀ ਦੇ ਰਹੇ। ਪਰ ਤੁਹਾਨੂੰ ਵਾਕਈ ਲੱਗਦਾ ਹੈਗਾ ਕਿ ਜੇਕਰ ਕਿਸਾਨਾਂ ਦੀ ਅਸੀਂ ਗੱਲ ਕਰੀਏ ਕਿ ਉੱਥੇ ਲਾਅ ਐਂਡ ਆਰਡਰ ਖਰਾਬ ਹੋ ਸਕਦਾ? ਕਿਉਂਕਿ ਕਿਸਾਨ ਤਾਂ ਕਹਿ ਰਹੇ ਨੇ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕਰ ਰਹੇ ਹਾਂ, ਕੋਈ ਵੀ ਲਾਅ ਐਂਡ ਆਰਡਰ ਸਾਡੇ ਵੱਲੋਂ ਨਹੀਂ ਜਿਹੜਾ ਹੈਗਾ ਖਰਾਬ ਕੀਤਾ ਜਾ ਰਿਹਾ। ਜਿੱਥੇ ਬੈਰੀਕੇਡਿੰਗ ਲਾ ਦਿੱਤੀ ਗਈ ਹੈ ਉਸ ਦੇ ਪਿੱਛੇ ਹੀ ਖੜੇ ਹਾਂ, ਨਾ ਅੱਗੇ ਵਧਿਆ ਜਾ ਰਿਹਾ ਹੈ। ਅਸੀਂ ਸ਼ਾਂਤਮਈ ਚੁੱਪ ਤਰੀਕੇ ਦੇ ਨਾਲ ਉੱਥੇ ਬੈਠੇ ਹੋਏ ਹਾਂ। ਦੇਖੋ, ਇਹ ਅੰਦੋਲਨ ਦੇ ਨਾਲ ਨਾ ਜਲਾਅ ਆਮ ਜਨਤਾ ਦਾ ਵੀ ਹੋਇਆ, ਇਹ ਤਾਂ ਮੰਨਣਾ ਪਊਗਾ। ਇਹ ਪਹਿਲੀ ਵਾਰ ਹੋਇਆ। ਤੇ ਇਹ ਜਿਹੜੀ ਵੀ ਗੱਲ ਨੂੰ ਲੰਬਾ ਕਰਦੇ ਆ ਔਰ ਗੱਲ ਨੂੰ ਸਹੀ ਗੱਲ ਤੇ ਆਉਂਦੇ ਨਹੀਂ ਲੋਕ। ਇਹਨਾਂ ਨੂੰ ਪੈਸਾ ਵੀ ਭੇਜ ਰਹੇ ਆ, ਆਰਥਿਕ ਮਦਦ ਵੀ ਭੇਜ ਰਹੇ ਆ ਲੋਕ, ਇਹਨਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਵੀ ਭੇਜ ਰਹੇ ਆ। ਲੋਕਾਂ ਦਾ ਜਲਾਅ ਹੋ ਗਿਆ, ਉਹਦੇ ਤੋਂ ਮੈਂ ਇਨਕਾਰੀ ਨਹੀਂ ਹੈਗਾ। ਪਰ ਇਸ ਨੂੰ ਗਲਤ ਦਿਸ਼ਾ ਨਾ ਦੇਣ, ਉਸ ਦਾ ਗਲਤ ਫਾਇਦਾ ਨਾ ਉਠਾਉਣ ਤੇ ਉਸ ਦੇ ਨਾਲ ਗਲਤ ਦਿਸ਼ਾ ਨਾ ਮਿਲ ਜੇ। ਇਹ ਕਿਸਾਨਾਂ ਦਾ ਕੰਮ ਆ। ਇਹਨਾਂ ਨੇ ਹਾਲਾਂਕਿ ਉਹਨੂੰ ਠੀਕ ਦਿਸ਼ਾ 'ਚ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਮੈਂ ਇਹ ਨਹੀਂ ਕਹਿੰਦਾ। ਪਰ ਉਹਦੇ 'ਚ ਕੀ ਹੋਇਆ ਕਿ ਜਿਸ ਤਰ੍ਹਾਂ ਹੁਣ ਕਮਿਊਨਿਸਟਾਂ ਨੇ ਕਹਿਤਾ ਇਹ ਘੁਸਪੈਠ ਕਰ ਗਏ, ਤੇ ਬੀਬੀ ਜਗੀਰ ਕੌਰ ਨੇ ਕਹਿਤਾ ਇਹ ਕਾਂਗਰਸ ਦੇ ਐਮਪੀ ਬੈਠੇ ਆ ਬਿਨਾਂ ਹੀ ਮਤਲਬ ਤੋਂ। ਬੀਬੀ ਜਗੀਰ ਕੌਰ ਨੇ ਵੀ ਆਪਣਾ ਬਿਆਨ ਜਿਹੜਾ ਹੈਗਾ ਉਹਨਾਂ ਨੇ ਨਵਾਂ ਪੇਸ਼ ਕਰ ਦਿੱਤਾ। ਕਹਿੰਦੇ ਮੇਰਾ ਕਹਿਣ ਦਾ ਮਤਲਬ ਇਹ ਨਹੀਂ ਸੀਗਾ, ਕਹਿੰਦੇ ਅਸੀਂ ਤਾਂ ਸਮਰਥਨ ਜਿਹੜਾ ਹੈਗਾ ਉਹ ਦੇ ਰਹੇ ਹੈਗੇ, ਜਿੰਨੇ ਵੀ ਲੋਕ ਪਹੁੰਚੇ ਹੋਏ ਨੇ ਉਹਨਾਂ ਦੀ ਸਹਾਇਤਾ ਜਿਹੜੀ ਹੈਗੀ ਹੈ ਐਸਜੀਪੀਸੀ ਦੇ ਵੱਲੋਂ ਕੀਤੀ ਜਾ ਰਹੀ ਹੈ। ਐਸਜੀਪੀਸੀ ਦੀ ਸਹਾਇਤਾ ਦੀ ਵੀ ਇਹਨਾਂ ਨੂੰ ਬਹੁਤੀ ਲੋੜ ਨਹੀਂ ਹੈ। ਇਹ ਇੱਥੇ ਤਾਂ ਆਮ ਜਨਤਾ ਲੱਗੀ ਹੋਈ ਆ ਔਰ ਇਹਨਾਂ ਦੀ ਆਸ-ਪਾਸ ਦੇ ਲੋਕ ਵੀ ਮਦਦ ਕਰ ਰਹੇ ਆ, ਹਰਿਆਣਾ ਦੇ ਵੀ ਕਰ ਰਹੇ ਆ, ਪੰਜਾਬ ਦੇ ਵੀ ਕਰ ਰਹੇ ਆ। ਉਹ ਗੱਲ ਜੇ ਕੋਈ ਮਦਦ ਕਰ ਵੀ ਰਿਹਾ ਤਾਂ ਉਹ ਕਹਿਣ ਵਾਲੀਆਂ ਗੱਲਾਂ ਨੇ। ਤਾਂ ਇਹਦੇ ਤੋਂ ਸਾਫ਼ ਉਹਨਾਂ ਦੀ ਮਨਸ਼ਾ ਜ਼ਾਹਿਰ ਹੁੰਦੀ ਹੈ ਕਿ ਅੰਦੋਲਨ ਨੂੰ ਉਹ ਕੈਪਚਰ ਕਰਨਾ ਚਾਹੁੰਦੇ ਨੇ। ਇਸੇ ਤਰ੍ਹਾਂ ਮਾਓਵਾਦੀ ਨੇ, ਉਹ ਬਹੁਤ ਦੇਰ ਦੇ ਲੱਗੇ ਹੋਏ ਸੀ, ਇਸ ਤਰ੍ਹਾਂ ਦੇ ਅੰਦੋਲਨ ਦੀ ਭਾਲ 'ਚ ਸੀਗੇ। ਹੁਣ ਉਹ ਅੰਦੋਲਨ ਨੂੰ ਖਤਮ ਨਹੀਂ ਹੋਣ ਦੇਣਾ ਚਾਹੁੰਦੇ ਤੇ ਦਬਾਅ ਬਣਾਉਂਦੇ ਆ ਉਹਨਾਂ ਦੇ ਲੋਕ ਜਿਹੜੇ ਆ। ਇਸ ਕਰਕੇ ਮੇਰੀ ਇਹਨਾਂ ਨੂੰ ਇਹੀ ਪ੍ਰਾਰਥਨਾ ਹੈਗੀ ਹੈ ਕਿ ਜਿਹੜੀਆਂ ਗੱਲਾਂ ਜਾਇਜ਼ ਨੇ ਉਹ ਮੰਨ ਲਈਆਂ ਇਹਨਾਂ ਦੀਆਂ, ਹੋਰ ਵੀ ਜਿਹੜੀਆਂ ਦੋ ਚਾਰ ਨੇ ਉਹ ਵੀ ਮੰਨੀਆਂ ਜਾਣਗੀਆਂ। ਬੈਠ ਕੇ ਗੱਲਬਾਤ ਕਰਨ। ਗੱਲਬਾਤ ਕਿਵੇਂ ਹੋਊਗੀ? ਤੁਸੀਂ ਤਾਂ ਕਹਿੰਦੇ ਜੇ ਗੱਲ ਕਰਨੀ ਹੈ ਤਾਂ ਕਰੋ, ਜੇ ਨਹੀਂ ਕਰਨੀ ਤਾਂ ਵਾਪਸ ਚਲੇ ਜਾਓ। ਤੁਹਾਡੇ ਵੱਲੋਂ ਇਹੋ ਜਿਹਾ ਬਿਆਨ ਫਿਰ ਕਿਉਂ ਦਿੱਤਾ ਜਾਂਦਾ? ਮੈਂ ਇਹ ਨਹੀਂ ਸੀ ਕਿਹਾ, ਉਹਨੂੰ ਗਲਤ ਦਿਸ਼ਾ ਦੇ ਦਿੰਦੇ ਆ। ਮੇਰਾ ਕਹਿਣ ਦਾ ਮਕਸਦ ਇਹ ਸੀਗਾ ਵੀ ਖਾਲੀ ਜੈਸ ਔਰ ਨੋ ਕਰਕੇ ਕਾਨੂੰਨ ਵਾਪਸ ਕਰਾਉਣ ਤੇ ਹੀ ਗੱਲ ਕਰਕੇ, ਉਸ ਦੇ ਬਿਨਾਂ ਬਹੁਤ ਮੁੱਦੇ ਆ। ਕਾਨੂੰਨਾਂ ਦੇ ਵਿੱਚ ਤਾਂ ਕੁਝ ਰਹਿ ਹੀ ਨਹੀਂ ਗਿਆ, ਉਹ ਤਾਂ ਮੁੱਦਾ ਹੀ ਨਹੀਂ ਰਹਿ ਗਿਆ। ਜੇ ਮੁੱਦਾਹੀਨ ਗੱਲ ਹੋਵੇ ਤਾਂ ਤੁਸੀਂ ਉਹਦੇ ਜਿਹੜੇ ਮੁੱਦੇ ਤੁਹਾਡੇ ਬਚੇ ਹੋਏ ਆ ਤੁਹਾਨੂੰ ਲੱਗਦਾ ਉਹਨਾਂ ਦੀ ਗੱਲ ਕਰ ਲਓ, ਚਰਚਾ ਕਰ ਲਓ। ਜੇ ਤੁਸੀਂ ਮੂੰਹ ਬੰਦ ਕਰਕੇ ਤਖਤੀ ਲਾ ਕੇ ਬੈਠ ਜਾਓਗੇ ਜੈਸ ਔਰ ਨੋ, ਫਿਰ ਤਾਂ ਗੱਲ ਹੀ ਨਹੀਂ ਨਿਪਟਣੀ। ਹੁਣ ਅਸੀਂ ਆਪਸ 'ਚ ਗੱਲ ਕਰ ਰਹੇ ਹਾਂ, ਤੁਸੀਂ ਬੋਲੀ ਜਾਓ ਮੈਂ ਬੋਲਾਂ ਨਾ, ਅੱਗੇ ਗੱਲ ਵਧੂਗੀ, ਫਿਰ ਖਤਮ ਹੋ ਜਾਏਗੀ ਨਾ। ਇਹ ਤਾਂ ਹਰ ਛੋਟੇ ਤੋਂ ਛੋਟਾ ਆਦਮੀ ਇਸ ਗੱਲ ਨੂੰ ਸਮਝ ਸਕਦਾ। ਇਹ ਤਾਂ ਵਿਦਵਾਨ ਲੋਕ ਨੇ ਜਿਹੜੇ ਇੱਥੇ ਤੱਕ ਅੰਦੋਲਨ ਨੂੰ ਲੈ ਕੇ ਆਏ ਆ, ਕੋਈ ਸ਼ਦਾਈ ਤਾਂ ਹੈ ਨਹੀਂਗੇ। ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੱਲੋਂ ਜਿਸ ਤਰੀਕੇ ਨਾਲ ਮੱਧ ਪ੍ਰਦੇਸ਼ ਦੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ, ਕੱਲ ਕਿਸਾਨ ਜਥੇਬੰਦੀਆਂ ਨੇ ਉਹਦੀ ਨਿਖੇਧੀ ਕੀਤੀ ਹੈ। ਕਹਿੰਦੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੀ ਲੋੜ ਹੈਗੀ ਹੈ, ਜਿਹੜਾ ਅਸਰ ਹੈਗਾ ਦੇਖਣਾ ਹੈਗਾ ਤਾਂ ਉਹ ਸਿੰਘੂ ਬਾਰਡਰ ਦੇ ਉੱਤੇ ਦੇਖ ਲਿੱਤਾ ਜਾਵੇ, ਟਿਕਰੀ ਬਾਰਡਰ ਉੱਤੇ ਦੇਖ ਲਿੱਤਾ ਜਾਵੇ, ਗਾਜ਼ੀਆਬਾਦ ਬਾਰਡਰ ਦੇ ਉੱਤੇ ਦੇਖ ਲਿੱਤਾ ਜਾਵੇ। ਜੇ ਗੱਲਬਾਤ ਕਰਨੀ ਹੈ ਤਾਂ ਆ ਕੇ ਇਹਨਾਂ ਕਿਸਾਨਾਂ ਦੇ ਨਾਲ ਗੱਲਬਾਤ ਜਿਹੜੀ ਹੈਗੀ ਉਹ ਕੀਤੀ ਜਾਵੇ। ਇਸ ਤਰ੍ਹਾਂ ਪੰਜਾਬ ਦੇ ਕਿਸਾਨਾਂ ਨਾਲ ਵੀ ਗੱਲ ਹੋਊਗੀ। ਕੋਈ ਇਸ ਦੇ ਲਈ ਕਿਸੇ ਨੂੰ ਕੋਈ ਡਾਇਰੈਕਸ਼ਨ ਦੇਣ ਦੀ ਜ਼ਰੂਰਤ ਨਹੀਂ ਹੈ। ਪ੍ਰਧਾਨ ਮੰਤਰੀ ਜੀ ਨੂੰ ਉਹ ਸਾਰਾ ਸਮਝਦੇ ਆ, ਪੂਰੇ ਦੇਸ਼ ਦਾ ਨਕਸ਼ਾ ਉਹਨਾਂ ਕੋਲੇ, ਤੇ ਉਹ ਗੱਲ ਕਰਨਗੇ। ਜਿਨ੍ਹਾਂ ਨਾਲ ਗੱਲ ਕਰਨੀ ਚਾਹੀਦੀ ਹੈ ਉਹਨਾਂ ਨਾਲ ਹੀ ਹੋਏਗੀ। ਪਰ ਜੇ ਇਹ ਗੱਲ ਹੀ ਨਾ ਕਰਨ, ਜੇ ਇਸ ਤਰ੍ਹਾਂ ਹੀ ਜਾ ਕੇ ਸਭ ਜਗ੍ਹਾ ਕਰਨਾ, ਫਿਰ ਗੱਲ ਕਿੱਦਾਂ ਹੋਏਗੀ? ਇਹ ਤਾਂ ਗੱਲਬਾਤ ਨੂੰ ਅਗਰ ਤੋੜ ਰਹੇ ਆ ਤਾਂ ਇਹ ਕਿਸਾਨ ਜਥੇਬੰਦੀਆਂ ਤੋੜ ਰਹੀਆਂ ਨੇ।
ਠੀਕ ਹੈ ਨਾ। ਉਹ ਤਾਂ ਓਪਨ ਹੈਗੇ ਨੇ, ਉਹ ਕਹਿੰਦੇ ਅਸੀਂ ਤਾਂ ਗੱਲਬਾਤ ਕਰਨ ਨੂੰ ਤਿਆਰ ਆ, ਪਰ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਊਗੀ, ਕਿਉਂਕਿ ਕਹਿੰਦੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਵੱਸ ਦੀ ਗੱਲ ਨਹੀਂ ਹੈਗੀ, ਕਹਿੰਦੇ ਉਹ ਨਹੀਂ ਸੋਲਵ ਕਰਵਾ ਸਕਦੇ। ਹੁਣ ਜੇਕਰ ਸੋਲਵ ਹੋ ਸਕਦਾ ਹੈਗਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਹੋਣੀ ਜਿਹੜੇ ਨੇ ਉਹ ਸੋਲਵ ਕਰ ਸਕਦੇ ਨੇ। ਤਾਂ ਹੁਣ ਤੁਸੀਂ ਕੀ ਆਸ਼ਵਾਸਨ ਦਿਵਾਉਂਦੇ ਹੈਗੇ ਕਿ ਜਲਦ ਜਿਹੜੀ ਹੈਗੀ ਗੱਲਬਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਨਾਲ ਇਹਨਾਂ ਕਿਸਾਨਾਂ ਦੀ ਹੋਵੇਗੀ? ਦੇਖੋ, ਨਰਿੰਦਰ ਤੋਮਰ ਜੀ ਬਹੁਤ ਸੂਝਵਾਨ ਨੇ, ਔਰ ਜਿੰਨੀ ਪੇਸ਼ੈਂਸ ਨਾਲ ਉਹਨਾਂ ਨੇ ਗੱਲ ਸੁਣੀ ਔਰ ਗੱਲ ਰੱਖੀ, 7-7 ਘੰਟੇ ਲਗਾਤਾਰ ਬੈਠ ਕੇ ਰੱਖੀ, ਉਹ ਮੇਰਾ ਖਿਆਲ ਕੋਈ ਰੱਖ ਨਹੀਂ ਸਕਦਾ। ਪ੍ਰਧਾਨ ਮੰਤਰੀ ਜੀ ਦੀ ਮਨਸ਼ਾ ਨਾ ਹੁੰਦੀ ਤੇ ਉਹ 7-7 ਘੰਟੇ ਸਾਡੇ 3-3 ਮਿਨਿਸਟਰ ਨਹੀਂ ਸੀ ਬੈਠਦੇ। ਇਹਨਾਂ ਨੂੰ ਇਹ ਵੀ ਜਾਣਕਾਰੀ ਹੋਣੀ ਚਾਹੀਦੀ ਆ, ਪਰ ਸਾਰੇ ਕੰਮ ਪ੍ਰਧਾਨ ਮੰਤਰੀ ਜੀ ਨੇ ਨਹੀਂ ਕਰਨੇ ਹੁੰਦੇ। ਇਹਨਾਂ ਨੂੰ ਐਗਰੀਕਲਚਰ ਡਿਪਾਰਟਮੈਂਟ ਦਿੱਤਾ, ਇਹਨਾਂ ਨੇ ਆਪਦੇ ਡਿਪਾਰਟਮੈਂਟ ਦਾ ਕੰਮ ਕਰਨਾ। ਪਿਊਸ਼ ਗੋਇਲ ਜੀ ਦਾ ਡਿਪਾਰਟਮੈਂਟ ਵੀ ਇਹਦੇ ਨਾਲ ਇੱਕ ਬਿੱਲ ਦੇ ਨਾਲ ਕੰਸਰਨ ਆ ਉਹਦਾ, ਠੀਕ ਹੈ ਨਾ। ਪਰ ਹੁਣ ਤਾਂ ਇਹ ਅੰਦੋਲਨ ਹੀ ਇੰਨਾ ਵੱਡਾ ਬਣ ਚੁੱਕਿਆ ਹੈ, ਹੁਣ ਤਾਂ ਪੀਐਮ ਦੀ ਇੰਟਰਵੀਨ ਜਿਹੜੀ ਹੈਗੀ ਇਹਦੇ ਵਿੱਚ ਬਣਦੀ ਹੈਗੀ ਹੈ। ਗਰੇਵਾਲ ਸਾਹਿਬ, ਜਿੱਥੇ ਹੁਣ ਗੱਲਬਾਤ ਹੀ ਕੋਈ ਸਿਰੇ ਨਹੀਂ ਚੜ ਰਹੀ, ਇਹਨੂੰ ਤਣਪੱਤਣ ਲਾਉਣ ਦੇ ਲਈ ਕਿਤੇ ਨਾ ਕਿਤੇ ਹੁਣ ਕੋਈ ਪ੍ਰਧਾਨ ਮੰਤਰੀ ਤੋਂ ਇਲਾਵਾ ਤਾਂ ਮੈਨੂੰ ਲੱਗਦਾ ਕੋਈ ਕਿਸੇ ਦੇ ਵੱਸ ਦੀ ਗੱਲ ਰਹੀ ਨਹੀਂ ਹੈਗੀ ਹੈ। ਐਸਾ ਕੁਝ ਨਹੀਂ ਹੈ। ਪ੍ਰਧਾਨ ਮੰਤਰੀ ਜੀ ਜਿੱਥੇ ਗੱਲ ਕਰਨੀ, ਜਿਹਦੇ ਨਾਲ ਗੱਲ ਕਰਨੀ ਹੈ, ਉਹਨਾਂ ਨੂੰ ਸਾਨੂੰ ਦੱਸਣ ਦੀ ਲੋੜ ਨਹੀਂ ਹੈ, ਇਹਨਾਂ ਨੂੰ ਵੀ ਦੱਸਣ ਦੀ ਲੋੜ ਨਹੀਂ ਹੈ। ਉਹ ਕਰਦੇ ਆ, ਜਿਸ ਸਮੇਂ ਕਰਨੀ ਹੈ ਉਦੋਂ ਕਰਦੇ ਆ, ਸਭ ਜਗ੍ਹਾ ਕਰਦੇ ਆ ਪੂਰੇ। ਕਹਿੰਦੇ ਗੁਜਰਾਤ ਦੇ ਵਿੱਚ ਜਿਨ੍ਹਾਂ ਨਾਲ ਗੱਲ ਕੀਤੀ ਉਹ ਤਾਂ ਕਿਸਾਨ ਹੈ ਹੀ ਨਹੀਂ, ਉਹ ਕਿਥੇ ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਫੜ ਕੇ ਉੱਥੇ ਬਿਠਾ ਦਿੱਤਾ, ਕਹਿੰਦੇ ਕੀ ਗੱਲਬਾਤ ਹੋਈ ਹੈ ਇਹ ਵੀ ਨਹੀਂ ਪਤਾ। ਇਹਨਾਂ 'ਚ ਕੁਝ ਐਸੇ ਆਨਸਰ ਘੁਸ ਗਏ। ਉਹ ਕਹਿੰਦੇ ਕਿ ਸਿੱਖ ਹੋਣ ਦਾ ਸਰਟੀਫਿਕੇਟ ਵੀ ਅਸੀਂ ਦੇਵਾਂਗੇ, ਕਿਸਾਨ ਹੋਣ ਦਾ ਵੀ ਅਸੀਂ ਦੇਵਾਂਗੇ, ਪੰਜਾਬ ਹਿਤੈਸ਼ੀ ਹੋਣ ਦਾ ਵੀ ਅਸੀਂ ਦੇਵਾਂਗੇ, ਪਿੰਡ ਦਾ ਬੰਦਾ ਹੋਣ ਦਾ ਵੀ ਅਸੀਂ ਦੇਵਾਂਗੇ, ਸ਼ਹਿਰ ਦਾ ਹੋਣ ਦਾ ਵੀ ਅਸੀਂ ਦੇਵਾਂਗੇ। ਇਹ ਜਿਹੜੇ ਇਹਨਾਂ 'ਚ ਲੋਕ ਘੁਸ ਗਏ, ਉਹ ਸਰਟੀਫਿਕੇਟ ਬਣਨੇ ਬੰਦ ਕਰਨ, ਔਰ ਹਰ ਆਦਮੀ ਨੂੰ ਇੱਥੇ ਜੀਣ ਦਾ ਅਧਿਕਾਰ ਆ। ਹਿਊਮਨ ਰਾਈਟਸ ਵਾਇਲੇਸ਼ਨ ਕਰਨ ਦੀ ਕੋਸ਼ਿਸ਼ ਨਾ ਕਰਨਾ। ਕੌਣ ਹਿਊਮਨ ਰਾਈਟਸ ਵਾਇਲੇਸ਼ਨ ਕਰ ਰਿਹਾ ਹੈਗਾ? ਕਰ ਰਹੇ ਆ। ਕੱਲ ਉਹ ਰਵਨੀਤ ਬਿੱਟੂ ਬੋਲ ਰਿਹਾ ਸੀ, ਇਹ ਸਿੱਖ ਹੋ ਕੇ ਸਿੱਖ ਦੇ ਖਿਲਾਫ ਬੋਲਦੇ। ਕੋਈ ਸਿੱਖ ਦੀ ਲੜਾਈ ਹੈ, ਕਿਸਾਨ ਦੀ ਲੜਾਈ ਹੈ, ਇਹ ਕੋਈ ਧਰਮ ਦੀ ਲੜਾਈ ਹੈ? ਇਹ ਜਾਣਬੁੱਝ ਕੇ ਕਾਂਗਰਸ ਦੀ ਮਨਸ਼ਾ ਹੋਰ ਆ, ਆਮ ਆਦਮੀ ਦੀ ਹੋਰ ਆ। ਇਹ ਸਾਰੇ ਜਿਹੜੇ ਬਿੱਲਾਂ ਨੂੰ ਫਾੜ ਦੇਣਾ, ਹੋਰ ਕਰ ਦੇਣਾ, ਪਹਿਲਾਂ ਇੱਕ ਬਿੱਲ ਲਾਗੂ ਕਰ ਦੇਣਾ। ਕੇਜਰੀਵਾਲ ਨੂੰ ਪੁੱਛੋ ਬਈ ਭਾਈ ਸਾਹਿਬ, ਤੁਸੀਂ ਪਹਿਲਾਂ ਤਾਂ ਉਹ ਇੰਪਲੀਮੈਂਟ ਕਰਦੇ ਹੋ, ਇੰਨੀ ਦੇਰ ਦੇ ਤੁਸੀਂ ਕਿੱਥੇ ਸੁੱਤੇ ਹੋਏ ਸੀ? ਕਿਸਾਨ ਐਜੀਟੇਸ਼ਨ ਚੱਲਦੇ 4-5 ਮਹੀਨੇ ਹੋ ਗਏ ਤੇ ਤੁਸੀਂ ਉਦੋਂ ਕਿੱਥੇ ਸੀ? ਤੇ ਅੱਜ ਮੈਂ ਤਾਂ ਇਹਨਾਂ ਨੂੰ ਇੱਕੋ ਹੀ ਪ੍ਰਾਰਥਨਾ ਕਰਦਾ ਕਿ ਇਹ ਠੰਡ 'ਚ ਜਿਹੜੇ ਲੋਕ ਬੈਠੇ ਨੇ, ਜਿਨ੍ਹਾਂ ਦੀ ਜਾਨ ਜਾ ਰਹੀ ਹੈ, ਔਰ ਜਿਹੜੇ ਪ੍ਰਭੂ ਚਰਨਾਂ 'ਚ ਪਹੁੰਚ ਜਾਂਦੇ ਆ, ਉਹਨਾਂ ਤੇ ਥੋੜਾ ਰਹਿਮ ਕਰ ਲੈਣ, ਲੋਕਾਂ ਤੇ ਇਸ ਐਜੀਟੇਸ਼ਨ ਨੂੰ ਬੰਦ ਕਰਨ। ਪਰ ਇਹ ਰਹਿਮ ਤਾਂ ਤੁਹਾਡੇ ਵੱਲੋਂ ਕਰਨਾ ਚਾਹੀਦਾ ਨਾ। ਉਹ ਜਿਹੜੇ ਕਿਸਾਨ ਕਹਿ ਰਹੇ ਨੇ ਕਿ ਬਿੱਲ ਵਾਪਸ ਲੈ ਲਓ, ਰਿਪੀਲ ਕਰ ਦਿਓ, ਤੁਸੀਂ ਕਿਉਂ ਨਹੀਂ ਰਹਿਮ ਕਰਦੇ ਹੈਗੇ? ਕਿਉਂ ਇਹ ਬਾਰ-ਬਾਰ ਇੰਨਾ ਦਰਦ ਜਿਹੜਾ ਹੈਗਾ ਇਹਨਾਂ ਨੂੰ ਸਹਿਣਾ ਪੈ ਰਿਹਾ ਹੈ? ਇਹ ਗਲਤ ਗੱਲ ਕਹਿੰਦੇ ਆ। ਹੁਣ ਜਦੋਂ ਬਿੱਲ 'ਚ ਬਚੇ ਹੀ ਕੁਝ ਨਹੀਂ, ਇਹਨਾਂ ਦੀਆਂ ਸਾਰੀਆਂ ਗੱਲਾਂ ਮੰਨ ਲਈਆਂ, ਤੇ ਉਹ ਬਿੱਲ ਦਾ ਕੀ ਝਗੜਾ ਰਹਿ ਗਿਆ ਜੀ? ਤਾਂ ਫਿਰ ਵਾਪਸ ਜਦੋਂ ਲੈ ਜਾਣਗੇ ਘਰੇ, ਕੀ ਕਾਰਨ ਵੀ ਕੀ ਹੈ ਕਿ ਉਹ ਨਹੀਂ ਲੈ ਕੇ ਜਾ ਸਕਦੇ? ਭਾਈ ਸਾਹਿਬ, ਤੁਸੀਂ ਪੱਤਰਕਾਰ ਹੋ, ਇਦਾਂ ਦੇ ਸਵਾਲ ਨਾ ਪੁੱਛੋ। ਬਿੱਲ ਪੂਰੇ ਦੇਸ਼ ਲਈ ਅਲੱਗ-ਅਲੱਗ ਬਣੇ ਹੋਏ ਆ। ਇਹਨਾਂ ਤੋਂ ਮਜ਼ਬੂਤ ਵਰਗ ਵੀ ਹੈਗੇ ਸਮਾਜ ਦੇ, ਠੀਕ ਹੈ, ਜਿਨ੍ਹਾਂ ਲਈ ਬਿੱਲ ਬਣੇ ਆ, ਉਹ ਸਾਰੇ ਕਹਿਣਗੇ ਸਾਡਾ ਵੀ ਵਾਪਸ ਕਰੋ, ਸਾਡਾ ਵੀ। ਡਰ ਹੈਗਾ ਕਿ ਲੱਗਦਾ ਕਿ ਉਹ ਵੀ ਗਲਤ ਬਣੇ ਹੋਏ ਨੇ, ਇਸ ਕਰਕੇ ਉਹ ਵੀ ਉੱਠ ਜਾਣਗੇ ਜੇ ਉਹ ਬਣੇ ਹੋਏ ਨੇ। ਇਸੀ ਗਲਤ ਹੈ ਨਾ, ਅਸੀਂ ਤਾਂ ਸਾਰਾ ਕੁਝ ਗਲਤ ਕੀਤਾ, ਸੰਵਿਧਾਨ ਵੀ ਗਲਤ ਬਣਿਆ ਹੋਇਆ। ਕਿਉਂ ਇਦਾਂ ਦੀ ਗੱਲ ਕਰਦੇ ਹੋ? ਤੁਸੀਂ ਪੱਤਰਕਾਰ ਹੋ, ਕਿਹੜਾ ਬਿੱਲ ਗਲਤ ਬਣਿਆ? ਇਹ ਵੀ ਗਲਤ ਨਹੀਂ ਬਣਿਆ। ਤੁਸੀਂ ਬਾਰ-ਬਾਰ ਇਹ ਗੱਲ ਕਹਿੰਦੇ ਹੈਗੇ ਹੋ ਕਿ ਇਹ ਬਿੱਲ ਗਲਤ ਨਹੀਂ ਬਣਿਆ, ਫਿਰ ਅਮੈਂਡਮੈਂਟ ਕਰਨ ਦੀ ਕੀ ਲੋੜ ਪੈਗੀ ਜੇ ਇਹ ਬਿੱਲ ਗਲਤ ਨਹੀਂ ਬਣਿਆ ਹੈਗਾ? ਤੇ ਨਾਲ ਹੀ ਗਰੇਵਾਲ ਸਾਹਿਬ ਮੇਰੀ ਗੱਲ ਸੁਣੋ, ਤੁਸੀਂ ਕਹਿ ਰਹੇ ਹੋ ਕਿ ਜੇਕਰ ਇਹ ਬਿੱਲ ਅਸੀਂ ਵਾਪਸ ਕਰਤੇ ਤਾਂ ਜਿਹੜੇ ਹੋਰ ਮਜ਼ਬੂਤ ਵਰਗ ਹੈਗੇ ਨੇ ਉਹ ਵੀ ਜਿਹੜੇ ਹੈਗੇ ਉੱਠ ਖੜਨਗੇ, ਤਾਂ ਕੀ ਤੁਹਾਨੂੰ ਲੱਗਦਾ ਕਿ ਉਹਦੇ ਵਿੱਚ ਵੀ ਖਾਮੀਆਂ ਸੀਗੀਆਂ? ਇਹ ਮੀਡੀਆ ਗਲਤ ਦਿਸ਼ਾ ਦੇਣ ਦੀ ਕੋਸ਼ਿਸ਼ ਕਰਦਾ। ਤੁਸੀਂ ਕਰ ਰਹੇ ਹੋ, ਅਸੀਂ ਕਿੱਥੇ ਸਵਾਲ ਕਰ ਰਹੇ ਹਾਂ? ਇਹ ਆਮ ਲੋਕਾਂ ਦਾ ਸਵਾਲ ਹੈ, ਕਿਸਾਨਾਂ ਦਾ ਸਵਾਲ ਹੈ। ਗਰੇਵਾਲ ਸਾਹਿਬ, ਉਹੀ ਗੱਲ ਹੋ ਗਈ, ਜੇ ਤਾਂ ਸਵਾਲ ਬੀਜੇਪੀ ਦੇ ਹੱਕ ਦੇ ਵਿੱਚ ਪੁੱਛਿਆ ਜਾਵੇ ਤਾਂ ਮੀਡੀਆ ਵਧੀਆ, ਜੇ ਨਹੀਂ ਪੁੱਛਿਆ ਜਾਵੇ ਮੈਂ ਜਵਾਬ ਵੀ ਦੇ ਦਿੰਦਾ। ਪਹਿਲੀ ਗੱਲ ਤਾਂ ਮੈਂ ਪ੍ਰਮਾਤਮਾ ਨੂੰ ਪ੍ਰਾਰਥਨਾ ਕਰਦਾ ਕਿ ਇਹੋ ਜਿਹੇ ਲੋਕਾਂ ਨੂੰ ਸਦਬੁੱਧੀ ਦੇਵੇ। ਨਾ ਤਾਂ ਬਿੱਲ ਇਹ ਗਲਤ ਬਣਿਆ ਸੀ, ਨਾ ਉਹ ਗਲਤ ਬਣੇ ਸੀ। ਤੁਸੀਂ ਗੱਲ ਸੁਣੋ, ਬਿੱਲ ਕਿਸਾਨ ਦੇ ਹਿੱਤ 'ਚ ਬਣਿਆ ਸੀ। ਸਾਡੀ ਸਰਕਾਰ ਜਾਂ ਸਾਡੇ ਪ੍ਰਧਾਨ ਮੰਤਰੀ ਕਿਸਾਨ ਵਿਰੋਧੀ ਨਹੀਂ ਹੈ, ਪਰ ਜਦੋਂ ਲੋਕ ਆ ਕੇ ਸੜਕਾਂ ਤੇ ਬੱਚੇ ਮਹਿਲਾਵਾਂ ਤੇ ਉਹ ਬੈਠ ਗਏ ਨੇ, ਇਹ ਸਰਦੀ 'ਚ ਬੈਠੇ ਨੇ, ਸਰਕਾਰ ਨੇ ਉਹਨਾਂ ਦੀ ਰਿਸਪੈਕਟ ਕੀਤੀ, ਕਿਹਾ ਕਿ ਬਈ ਜੋ ਵੀ ਸੋਧ ਕਰਾਉਣੀ ਹੈ ਕਰਵਾਓ, ਇਹਨਾਂ ਨੂੰ ਘਰਾਂ ਨੂੰ ਭੇਜੋ, ਇਹ ਠੀਕ ਨਹੀਂ ਹੈ। ਤੇ ਇਹ ਇਸ ਕਰਕੇ ਕੀਤਾ ਗਿਆ, ਇਸ ਕਰਕੇ ਨਹੀਂ ਕਿ ਬਿੱਲ ਗਲਤ ਆ। ਤੇ ਜਦੋਂ ਇੰਨੇ ਲੋਕ ਆ ਕੇ ਬੈਠ ਜਾਣ ਤਾਂ ਉਹਨਾਂ ਦੀ ਗੱਲ ਸੁਣਨੀ ਪੈਂਦੀ ਹੈ। ਇਹ ਡੈਮੋਕ੍ਰੇਸੀ ਹੈ, ਲੋਕ ਰਾਜ ਦੇ ਅੰਦਰ ਲੋਕ ਲਾਜ ਜ਼ਰੂਰੀ ਹੁੰਦੀ ਹੈ। ਡੈਮੋਕ੍ਰੇਸੀ ਹੈ, ਗੱਲ ਨੂੰ ਇਹ ਦਿਸ਼ਾ ਨਾ ਦਿਓ ਕਿ ਆਹ ਬਿੱਲ ਗਲਤ ਆ, ਉਹ ਬਿੱਲ ਗਲਤ ਆ। ਡੈਮੋਕ੍ਰੇਸੀ ਹੈ ਤਾਂ ਫਿਰ ਇਹ ਬਿੱਲ ਜਦੋਂ ਲੈ ਕੇ ਆਉਣੇ ਸੀਗੇ, ਜਦੋਂ ਆਰਡੀਨੈਂਸ ਬਣੇ ਸੀਗੇ, ਤਾਂ ਉਸ ਤੋਂ ਪਹਿਲਾਂ ਕਿਉਂ ਨਹੀਂ ਗੱਲਬਾਤ ਹੋਈ? ਕਿਉਂ ਨਹੀਂ ਕਿਸਾਨਾਂ ਤੋਂ ਪੁੱਛਿਆ ਗਿਆ? ਸਵਾਲ ਫਿਰ ਇਹ ਵੀ ਖੜਾ ਹੋ ਜਾਂਦਾ ਹੈਗਾ ਨਾ, ਕਿਉਂ ਇਹਨਾਂ ਦੇ ਉੱਤੇ ਥੋਪੇ ਗਏ ਨੇ? ਕਿਸਾਨ ਕਹਿੰਦੇ ਜੇ ਸਾਨੂੰ ਚਾਹੀਦੇ ਨਹੀਂ ਹੈਗੇ, ਗਰੇਵਾਲ ਸਾਹਿਬ, ਭੁੱਖ ਆਪਾਂ ਨੂੰ ਨਹੀਂ ਹੋਵੇ, ਕੋਈ ਆਪਾਂ ਨੂੰ ਜਾਣ ਬੁੱਝ ਕੇ ਰੋਟੀ ਖਵਾਈ ਜਾਵੇ, ਕਿਉਂ ਆਪਾਂ ਕੀ ਸਵਾਲ ਕਰਦੇ ਹੋ? ਮੈਨੂੰ ਨਹੀਂ ਸਮਝ ਆਉਂਦੀ।
ਲੇਮੈਨ ਨੂੰ ਪਤਾ ਹੁੰਦਾ ਕਿਹੜਾ ਬਿੱਲ ਬਣਨਾ ਕੀ ਨਹੀਂ ਬਣਨਾ। ਸਭ ਜਗ੍ਹਾ ਜੋ ਪ੍ਰਕਿਰਿਆ ਬਿੱਲ ਬਣਾਉਣ ਦੀ ਉਹ ਫੋਲੋ ਕੀਤੀ ਗਈ ਹੈ। ਲੇਮੈਨ ਕੌਣ ਹੈ? ਕਿਸਾਨ ਜਥੇਬੰਦੀਆਂ ਦੇ ਆਗੂ। ਸੁਣ ਲਓ ਗੱਲ, ਕਿਉਂ ਇਦਾਂ ਦੀਆਂ ਗੱਲਾਂ? ਲੇਮੈਨ ਕੌਣ ਆ? ਲੇਮੈਨ ਜਿਹੜੇ ਸੜਕਾਂ ਤੇ ਬਿਠਾਤੇ ਵਿਚਾਰੇ ਭੋਲੇ ਭਾਲੇ, ਉਹਨਾਂ ਨੂੰ ਪਤਾ ਨਹੀਂ ਹੈ, ਉਹ ਰੋਜ਼ ਜਾਨਾਂ ਦੇ ਰਹੇ ਨੇ, ਉਹ ਲੇਮੈਨ। ਤੇ ਇਸ ਕਰਕੇ ਮੇਰੀ ਇੱਕ ਪ੍ਰਾਰਥਨਾ ਹੈਗੀ, ਚੀਫ ਮਿਨਿਸਟਰ ਪੰਜਾਬ ਨੂੰ 7 ਸਟੇਟਾਂ ਦੀ ਕਮੇਟੀ ਬਣੀ, ਚੀਫ ਮਿਨਿਸਟਰ ਪੰਜਾਬ ਨੂੰ ਪੁੱਛਿਆ ਗਿਆ, ਫਿਰ ਫਾਈਨਾਂਸ ਮਿਨਿਸਟਰ ਆਏ ਉਹਨਾਂ ਨੂੰ ਪੁੱਛਿਆ ਗਿਆ, ਫਿਰ ਐਗਰੀਕਲਚਰ ਜਿਹੜੇ ਮਾਹਿਰ ਸੀ ਉਹਨਾਂ ਸਾਰਿਆਂ ਨਾਲ ਉਹਨਾਂ ਦੀ ਕਮੇਟੀ ਬਣੀ, ਸਮਿਤੀ ਬਣੀ। ਇਹ ਬਿੱਲ ਬਣਨ ਨੂੰ 7 ਸਾਲ ਲੱਗੇ ਐ। ਮਨਮੋਹਨ ਸਿੰਘ ਦੀ ਸਰਕਾਰ ਦੇ ਟਾਈਮ ਤੋਂ ਚੱਲ ਰਿਹਾ ਸੀ ਇਹ ਬਿੱਲ, ਤਾਂ ਹੁਣ ਆ ਕੇ ਬਣਿਆ। ਚੀਫ ਮਿਨਿਸਟਰ ਦਾ ਕਹਿੰਦੇ ਮੈਂ ਤਾਂ ਸੀਗਾ ਹੀ ਨਹੀਂ ਮੀਟਿੰਗ ਦੇ ਵਿੱਚ, ਤੇ ਨਾਲ ਖਾਸ ਤੌਰ ਦੇ ਉੱਤੇ ਤੁਸੀਂ ਕਹਿ ਰਹੇ ਹੋ ਲੇਮੈਨ, ਇਹ ਲੇਮੈਨ ਵੀ ਕਿਸੇ ਦੇ ਕਹਿਣ ਦੇ ਉੱਤੇ ਹੀ ਆਏ ਹੋਣਗੇ ਨਾ ਗਰੇਵਾਲ ਸਾਹਿਬ? ਐਵੇਂ ਤਾਂ ਨਹੀਂ ਆ ਗਏ? ਇਹਨਾਂ ਦੇ ਜਿਹੜੇ ਆਗੂ ਹੈਗੇ ਕਿਸਾਨ ਜਥੇਬੰਦੀਆਂ ਦੇ, ਜਿਹੜੇ ਪੜ੍ਹੇ ਹੋਏ ਨੇ, ਜਿਨ੍ਹਾਂ ਦੇ ਵਿੱਚ ਵਕੀਲ ਵੀ ਹੈਗੇ ਨੇ, PhD ਕੀਤੀ ਹੋਈ, ਡਾਕਟਰ ਦਰਸ਼ਨਪਾਲ, ਉਹਨਾਂ ਦੀ ਆਪਾਂ ਗੱਲ ਕਰ ਰਹੇ ਰਾਜੇਵਾਲ ਸਾਹਿਬ, ਤੁਸੀਂ ਹਮੇਸ਼ਾ ਜ਼ਿਕਰ ਕਰਦੇ ਹੋ ਕਿ ਰਾਜੇਵਾਲ ਡਾਕਟਰ ਦਰਸ਼ਨਪਾਲ ਇੱਕ ਸੀਨੀਅਰ ਤੇ ਸਿਆਣੇ ਆਗੂ ਹੈਗੇ ਨੇ, ਉਹਨਾਂ ਦੇ ਕਹਿਣ ਦੇ ਉੱਤੇ ਹੀ ਆਏ ਹੈਗੇ ਨਾ, ਫਿਰ ਇਹ ਲੇਮੈਨ ਕਿਵੇਂ ਹੋ ਗਏ? ਉਹ ਯਾਰ ਇਹਨੂੰ ਗਲਤ ਗੱਲ ਨਾ ਕਰੋ, ਤੁਸੀਂ ਲੋਕਾਂ ਨੂੰ ਗਲਤ ਦਿਸ਼ਾ ਨਾ ਦੇਣ ਦੀ ਕੋਸ਼ਿਸ਼ ਕਰੋ। ਮੇਰੀ ਮੀਡੀਆ ਨੂੰ ਪ੍ਰਾਰਥਨਾ, ਅਸੀਂ ਤਾਂ ਲੋਕਾਂ ਦੀ ਗੱਲ ਤੁਹਾਡੇ ਜ਼ਰੀਏ ਤੁਹਾਡੇ ਤੋਂ ਪੁੱਛ ਰਹੇ ਹਾਂ, ਤੇ ਉਹਨਾਂ ਦਾ ਕੀ ਪਹੁੰਚਾ ਰਹੇ ਹੈਗੇ? ਨਾ ਬਿੱਲ ਕੋਈ ਗਲਤ ਬਣਿਆ, ਬਿੱਲ ਲੋਕਾਂ ਦੀ ਰਿਸਪੈਕਟ ਕੀਤੀ, ਉਹ ਚੀਜ਼ਾਂ ਅਮੈਂਡਮੈਂਟ ਕਰਤੀਆਂ। ਬਿੱਲ ਵਾਪਸ ਲੈਣ ਜਦੋਂ ਉਹਦੇ ਚ ਬਚਿਆ ਨਹੀਂ ਹੈ, ਉਹ ਤਾਂ ਕੋਈ ਜਿਹਦੇ ਕੋਲ ਬੁੱਧੀ ਹੈਗੀ ਆ ਉਹ ਬੰਦਾ ਕਹੇਗਾ ਹੀ ਨਹੀਂ ਬਿੱਲ ਵਾਪਸ ਲੈ, ਉਹਦੇ ਚ ਹੈ ਹੀ ਕੁਝ ਨਹੀਂ। ਉਸ ਤੋਂ ਬਾਅਦ ਉਹਨਾਂ ਨੂੰ ਇਹ ਵੀ ਆਫਰ ਦਿੱਤੀ ਸਰਕਾਰ ਨੇ ਕਿ ਵੀ 5 ਮੈਂਬਰ ਦੀ ਕਮੇਟੀ ਤੁਸੀਂ ਬਣਾ ਦਿਓ, 5 ਦੀ ਅਸੀਂ ਬਣਾ ਦੇਣੇ, ਬਿੱਲਾਂ ਜੋ ਕਰਨਾ ਉਹ ਭਰ ਲਓ। ਉਸ ਤੋਂ ਬਾਅਦ ਹੋਰ ਕੀ ਹੋ ਸਕਦਾ ਜੀ? ਫਿਰ ਬਿੱਲ ਕਿੱਦਾਂ ਵਿਰੋਧੀ ਹੋ ਗਏ ਜੀ? ਫਿਰ ਬਿੱਲ ਵਾਪਸ ਲੈਣ ਦੀ ਲੋੜ ਕੀ ਹੈ? ਰਿਸਪੈਕਟ ਥੋੜੀ ਹੋਰ ਕਰ ਲਓ, ਜਿਹੜੇ ਬੈਠੇ ਹੋਏ ਨੇ ਉਹਨਾਂ ਦੀ ਜੋ ਗੱਲ ਹੈਗੀ, ਫਿਰ ਮੰਨ ਲਓ ਇੰਨੀ ਰਿਸਪੈਕਟ ਕਰਤੀ ਕਿ ਕਹਿ ਰਹੇ ਰਿਪੀਲ ਕਰਨ ਵਾਲੀ, ਫਿਰ ਕਿਵੇਂ ਗੱਲ ਹੋ ਸਕਦੀ? ਨਹੀਂ ਹੋ ਸਕਦੀ। ਸਾਫ ਤੁਹਾਡੇ ਵੱਲੋਂ ਇਨਕਾਰ ਹੈਗਾ ਇਹ। ਬਈ ਇਹਦੇ ਚ ਇਨਕਾਰ ਦੀ ਕੀ ਗੱਲ ਹੈ ਜਦੋਂ ਚ ਹੈ ਹੀ ਕੁਝ ਨਹੀਂ? ਰਿਪੀਲ ਕੀ ਕਰਨਾ? ਕਿਵੇਂ ਖਤਮ ਕਿਵੇਂ ਹੋਊਗਾ ਅੰਦੋਲਨ? ਫਿਰ ਕਿਵੇਂ ਖਤਮ ਹੋਊਗਾ? ਕਿਹੜਾ ਸਵਾਲ ਕਰਦੇ ਆ? ਗਰੇਵਾਲ ਸਾਹਿਬ ਤੁਸੀਂ ਆਪ ਦੱਸੋ ਨਾ, ਫਿਰ ਅੰਦੋਲਨ ਖਤਮ ਕਿਵੇਂ ਕਰੋਗੇ? ਇਹ ਤਾਂ ਫਿਰ ਐਵੇਂ ਹੀ ਜਾਰੀ ਰਹੂਗਾ। ਖਤਮ ਹੋ ਜਾਏਗਾ, ਹੋ ਜਾਏਗਾ ਖਤਮ। ਲੋਕਾਂ ਕਿਹੜੀ ਤਾਕਤ ਹੈ ਜੀ ਤੁਸੀਂ ਲੈ ਆਉਂਗੇ? ਫਿਰ ਲੋਕਾਂ ਨੂੰ ਸਮਝ ਆ ਜਾਣੀ ਹੈ, ਉਹਨਾਂ ਲੋਕਾਂ ਨੇ ਖਤਮ ਕਰ ਦੇਣਾ। ਉਹਨਾਂ ਨੂੰ ਪਤਾ ਲੱਗ ਜਾਣਾ ਕਿ ਇਹ ਪੋਲੀਟੀਕਲ ਪਾਰਟੀਆਂ ਸਾਨੂੰ ਗੁੰਮਰਾਹ ਕਰ ਰਹੀਆਂ ਨੇ, ਔਰ ਇਹ ਜਿਹੜੇ ਮਾਓਵਾਦੀ ਨੇ ਇਹ ਗੁੰਮਰਾਹ ਕਰ ਰਹੇ ਨੇ, ਉਹਨਾਂ ਨੂੰ ਸਾਰਾ ਪਤਾ ਲੱਗ ਜਾਣਾ। ਦੇਖੋ ਹੁਣ ਤੁਸੀਂ ਵੀ ਇਹ ਜਿਹਾ ਬਿਆਨ ਦਿੰਦੇ ਹੋ ਤਾਂ ਫਿਰ ਸਾਨੂੰ ਵੀ ਸਵਾਲ ਕਰਨਾ ਪੈਂਦਾ ਹੈ ਕਿ ਕਿਵੇਂ ਗੁੰਮਰਾਹ ਕਿਵੇਂ ਕੀਤੇ ਹੋਏ ਨੇ? ਮੈਨੂੰ ਇੱਕ ਵਾਰ ਸਮਝ ਨਹੀਂ ਆਉਂਦੀ ਹੈਗੀ। ਅਸੀਂ ਤਾਂ ਪਿਛਲੇ 26 ਤਰੀਕ ਤੋਂ ਇਹਨਾਂ ਦੇ ਨਾਲ ਹੈਗੇ ਆ, ਪੰਜਾਬ ਤੋਂ ਵੀ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਪਏ ਆ। ਸਾਨੂੰ ਕਿਉਂ ਨਹੀਂ ਲੱਗਦਾ ਕਿ ਇਹ ਗੁੰਮਰਾਹ ਕੀਤੇ ਹੋਏ ਲੋਕ ਹੈਗੇ ਨੇ? ਇਕੱਲੇ ਪੰਜਾਬ ਦੀ ਮੈਂ ਗੱਲ ਨਹੀਂ ਕਰਦਾ, ਹਰਿਆਣੇ ਦੀ ਗੱਲ ਨਹੀਂ ਕਰਦਾ, ਰਾਜਸਥਾਨ, ਕੇਰਲਾ, ਗੁਜਰਾਤ, ਉੱਤਰ ਪ੍ਰਦੇਸ਼, ਉੱਤਰਾਖੰਡ, ਕਿਹੜੀ ਮਰਜ਼ੀ ਸਟੇਟ ਦੀ ਗੱਲ ਕਰ ਲਈਏ, ਸਾਰੇ ਲੋਕ ਗੁੰਮਰਾਹ ਕੀਤੇ ਹੋਏ ਨੇ ਜੀ। ਕੋਈ ਕਿਤੇ ਹੋਰ ਅੰਦੋਲਨ ਨਹੀਂ, ਸਿਰਫ ਪੰਜਾਬ 'ਚ ਹੈ ਇਹ। ਬਾਕੀ ਨਾਮ ਮਾਤਰ ਹੈ, ਕਮਿਊਨਿਸਟਾਂ ਦਾ ਅੰਦੋਲਨ ਆ ਬਾਕੀ ਜਗ੍ਹਾ। ਇਹ ਸਿਰਫ ਪੰਜਾਬ 'ਚ ਅੰਦੋਲਨ ਆ ਔਰ ਪੰਜਾਬ ਦੇ ਆਮ ਲੋਕ ਇਨਵੋਲਵ ਹੈ। ਹਰਿਆਣੇ ਵਾਲੇ ਫਿਰ ਕੌਣ ਨੇ? ਉਹ ਕਿੱਥੋਂ ਆਏ ਹੈਗੇ ਨੇ? ਹਰਿਆਣੇ ਦਾ ਏਡਾ ਵੱਡਾ ਅੰਦੋਲਨ ਨਹੀਂ ਹੈ ਉਹ। ਤੁਸੀਂ ਟਿਕਰੀ ਬਾਰਡਰ ਦੀ ਇਨਪੁਟ ਤੁਹਾਡੇ ਕੋਲ ਆ ਗਈ ਹੋਊਗੀ, ਸਿੰਘੂ ਬਾਰਡਰ ਦੀ ਆ ਗਈ ਹੋਊਗੀ, ਇੰਨੇ ਲੋਕ ਬੈਠੇ ਹੋਏ ਨੇ। ਸਭ ਪੰਜਾਬ ਦਾ ਅੰਦੋਲਨ ਹੈ ਇਹ ਬਾਕੀ ਜਗ੍ਹਾ ਦਾ ਅੰਦੋਲਨ ਨਹੀਂ ਹੈ। ਬਾਕੀ ਜਗ੍ਹਾ ਤਾਂ ਉਸੇ ਵੇਲੇ ਸ਼ਾਂਤ ਹੋ ਜਾਣਾ। ਔਰ ਮੇਨ ਗੱਲ ਇਹ ਹੈ ਕਿ ਪੰਜਾਬ ਦੀਆਂ ਜਥੇਬੰਦੀਆਂ ਨੂੰ ਕਿਹਾ ਸੀ, ਕੱਲ ਵੀ ਕਿਹਾ ਸੀ, ਉਹ ਜੈਸ ਔਰ ਨੋ ਤੋਂ ਅੱਗੇ ਨਹੀਂ ਨਿਕਲਦੇ। ਜੈਸ ਔਰ ਨੋ ਤੋਂ ਅੱਗੇ ਨਿਕਲਣੇ ਗੱਲ ਤਾਂ ਫਿਰ ਪ੍ਰਧਾਨ ਮੰਤਰੀ ਜੀ ਨਾਲ ਵੀ ਨਹੀਂ ਹੋਣੀ। ਜੇ ਜੈਸ ਔਰ ਨੋ ਤੋਂ ਹਟਣਗੇ ਗੱਲ ਤਾਂ ਹੀ ਹੋਊ ਨਾ। ਹੁਣ ਤੁਸੀਂ ਮੈਨੂੰ ਸਵਾਲ ਪੁੱਛ ਰਹੇ ਹੋ, ਮੈਂ ਤੁਹਾਨੂੰ ਜਵਾਬ ਦੇਣੇ ਬੰਦ ਕਰ ਦਿਆਂ ਤੇ ਮੈਂ ਕਹਿੰਦਾ ਜੈਸ ਨੋ ਬੋਲੋ, ਇੱਕੋ ਹੀ ਸ਼ਬਦ ਬੋਲੋ ਤੇ ਗੱਲ ਹੋ ਜੂਗੀ। ਇਹ ਦੱਸ ਦਿਓ ਮੈਨੂੰ, ਤੁਸੀਂ ਤਾਂ ਬਹੁਤ ਸੂਝਵਾਨ ਹੋ, ਪੱਤਰਕਾਰ ਹੋ, ਮੈਨੂੰ ਦੱਸੋ ਫਿਰ ਗੱਲ ਹੋ ਸਕਦੀ ਹੈ? ਜੇ ਹੋ ਹਰ ਮਸਲੇ ਦਾ ਜਿਹੜਾ ਹੱਲ ਹੈਗਾ ਉਹ ਤਾਂ ਗੱਲਬਾਤ ਦੇ ਨਾਲ ਹੀ ਹੈਗਾ। ਬਿਲਕੁਲ। ਤੇ ਇੱਕ ਬੀਜੇਪੀ ਦੀ ਗੱਲ ਮੈਂ ਖਾਸ ਤੌਰ ਤੇ ਕਰਾਂ, ਤੁਸੀਂ ਕਹਿੰਦੇ ਚਲੋ ਤੁਹਾਨੂੰ ਨਹੀਂ ਯਕੀਨ ਹੁੰਦਾ ਕਿ ਇਹ ਇੱਥੇ ਪੂਰੇ ਦੇਸ਼ ਤੋਂ ਲੋਕ ਆਏ ਹੋਏ ਨੇ, ਫਿਰ ਬੀਜੇਪੀ ਦੇ ਜਿਹੜੇ ਲੀਡਰ ਹੈਗੇ ਉਹਨਾਂ ਨੂੰ ਅੱਜ ਭੁੱਖ ਹੜਤਾਲ ਦੇ ਉੱਤੇ ਕਿਉਂ ਬਹਿਣਾ ਪੈ ਗਿਆ? ਤੁਹਾਡੇ ਹੀ ਬੀਜੇਪੀ ਦੇ ਆਗੂ ਜਿਹੜੇ ਹੈਗੇ ਨੇ ਵਰਿੰਦਰ ਸਿੰਘ, ਉਹਨਾਂ ਨੂੰ ਕਿਉਂ ਅੱਜ ਭੁੱਖ ਹੜਤਾਲ ਕਰਨੀ ਪੈ ਗਈ? ਉਹਨਾਂ ਨੂੰ ਵੀ ਦਰਦ ਜਿਹੜਾ ਹੈਗਾ ਕਿਸਾਨੀ ਦਾ ਝਲਕ ਰਿਹਾ ਹੈਗਾ। ਇਦਾਂ ਵਰਿੰਦਰ ਸਿੰਘ ਹੁਣੀ ਰਿਟਾਇਰ ਹੋ ਗਏ ਨੇ ਇਸ ਵੇਲੇ, ਤੇ ਉਹ ਪਤਾ ਨਹੀਂ ਪਾਰਟੀ 'ਚ ਸਭ ਜਗ੍ਹਾ ਉਹਨਾਂ ਦਾ ਬੇਟਾ MP ਆ, ਪਾਰਟੀ ਨੇ ਟਿਕਟ ਦਿੱਤੀ ਤੇ ਉਹ ਸਭ ਜਗ੍ਹਾ ਉਹਨਾਂ ਦੇ ਪਰਿਵਾਰ ਨੂੰ ਬੀਜੇਪੀ ਨੇ ਬਹੁਤ ਕੁਝ ਦਿੱਤਾ। ਉਹਨਾਂ ਨੂੰ ਵੀ ਮਿਨਿਸਟਰ ਬਣਾ ਕੇ ਰੱਖਿਆ, ਰਾਜ ਸਭਾ ਵੀ ਦਿੱਤੀ। ਉਹਨਾਂ ਨੇ ਖੁਦ ਰਾਜਨੀਤੀ 'ਚੋਂ ਬਾਹਰ ਗਏ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਕੀ ਲੱਗਦਾ ਕੀ ਨਹੀਂ ਲੱਗਦਾ, ਮੈਂ ਉਹਨਾਂ ਬਾਰੇ ਕੋਈ ਕਮੈਂਟਸ ਨਹੀਂ ਕਰਨੇ ਚਾਹੁੰਦਾ। ਤੇ ਉਹ ਆਪਣਾ ਖੁਦ ਸੂਝਵਾਨ ਨੇ ਔਰ ਉਹਨਾਂ ਦੀ ਉਮਰ ਵੀ ਕਾਫੀ ਹੋ ਗਈ ਆ, ਤੇ ਉਹ ਇੰਨੀ ਉਮਰ ਦਾ ਆਦਮੀ ਸੂਝਵਾਨ ਹੁੰਦਾ ਤੇ ਉਹਨਾਂ ਨੂੰ ਮੈਂ ਦਿਸ਼ਾ ਦੇਣ ਵਾਲਾ ਕੋਈ ਨਹੀਂ ਹੈਗਾ। ਤੇ ਇੰਨੀ ਉਮਰ ਦਾ ਆਦਮੀ ਸੂਝਵਾਨ ਹੁੰਦਾ ਤਾਂ ਸ਼ਾਇਦ ਸੂਝਵਾਨ ਨੇ ਤਾਂ ਹੀ ਉਹਨਾਂ ਨੂੰ ਦਰਦ ਝਲਕਿਆ ਹੈਗਾ। ਉਹਨਾਂ ਦਾ ਦਰਦ ਹੀ ਸਮਝ ਲਓ, ਤੁਹਾਡੇ ਬੀਜੇਪੀ ਦੇ ਆਗੂ ਹੈਗੇ ਨੇ। ਇਦਾਂ ਦਰਦ ਸਭ ਸਮਝਦੇ ਆ। ਜੋ ਕਰਨਾ ਬੀਜੇਪੀ ਕਰ ਰਹੀ ਹੈ, ਜੋ ਕਰਨਾ ਸਰਕਾਰ ਵੀ ਕਰ ਰਹੀ ਹੈ। ਤੁਸੀਂ ਇਦਾਂ ਦੀਆਂ ਗੱਲਾਂ ਨਾ ਕਰੋ। ਮੈਂ ਉਹਨਾਂ ਦੀ ਰਿਸਪੈਕਟ ਕਰਦਾ, ਵਰਿੰਦਰ ਸਿੰਘ ਉਹਨਾਂ ਦੀ, ਚੌਧਰੀ ਸਾਹਿਬ ਦੀ, ਤੇ ਮੈਂ ਇਸ ਕਰਕੇ ਕੋਈ ਕਮੈਂਟਸ ਨਹੀਂ ਕਰਦਾ। ਠੀਕ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨੀ ਕਹਿੰਦੇ ਕੇਂਦਰ ਦੀ ਸਰਕਾਰ ਨੇ ਹਮੇਸ਼ਾ ਹੀ ਗਰੀਬਾਂ ਦੇ ਨਾਲ ਵਿਤਕਰਾ ਕੀਤਾ। ਕਹਿੰਦੇ ਹੁਣ ਵੀ ਕੇਂਦਰ ਦੀ ਸਰਕਾਰ ਜਿਹੜੀ ਹੈਗੀ ਹੈ ਗਰੀਬਾਂ ਨਾਲ ਵਿਤਕਰਾ ਕਰ ਰਹੀ ਹੈਗੀ ਹੈ। ਬਹੁਤੀ ਆਸ ਕਹਿੰਦੇ ਸਾਨੂੰ ਨਹੀਂ ਹੈਗੀ ਕੇਂਦਰ ਦੀ ਸਰਕਾਰ ਤੋਂ। ਚਲੋ ਉਹਨਾਂ ਨੂੰ ਲੱਗਦਾ ਹੋਊਗਾ,
ਉਹਨਾਂ ਦੀ ਆਪਣੀ ਉਹ ਹੈਗੀ ਸਮਝ ਹੈਗੀ ਆ, ਤੇ ਮੈਂ ਉਹਦੇ ਤੇ ਕੀ ਕਹਾਂ ਕਿਸੇ ਨੂੰ, ਕੌਣ ਕੀ ਕਹਿੰਦਾ। ਹੁਣ ਤੁਸੀਂ ਵਰਿੰਦਰ ਸਿੰਘ ਦਾ ਪੁੱਛਿਆ, ਹੁਣ ਇਹਨਾਂ ਦਾ ਪੁੱਛ ਲਿਆ। ਇਹ ਸਾਰੇ ਆਪਣੇ ਤਰੀਕੇ ਨਾਲ ਸੋਚਦੇ ਆ, ਉਹਨਾਂ ਦਾ ਤਾਂ ਉਹਨਾਂ ਕੋਲੋਂ ਸਵਾਲ ਕਰੋ ਵੀ ਤੁਸੀਂ ਆ ਕਿਉਂ ਕਹਿ ਰਹੇ ਹੋ। ਤੇ ਮੇਰੇ ਕੋਲ ਤਾਂ ਇਹ ਸਵਾਲ ਨਹੀਂ ਬਣਦਾ ਨਾ, ਮੇਰੇ ਕੋਲ ਤਾਂ ਜੋ ਮੈਂ ਕਹਿ ਰਿਹਾ ਉਹਦਾ ਸਵਾਲ ਦਾ ਜਵਾਬ ਮੈਂ ਦੇ ਸਕਦਾ, ਮੈਂ ਬਾਕੀਆਂ ਥੋੜਾ ਦਊਂਗਾ। ਸੁਪਰੀਮ ਕੋਰਟ ਦੇ ਵਿੱਚ ਜਿਸ ਤਰੀਕੇ ਨਾਲ ਮਾਮਲਾ ਚਲਾ ਗਿਆ ਹੈਗਾ, ਹਾਲਾਂਕਿ ਕਿਸਾਨ ਇਹ ਵੀ ਕਹਿ ਰਹੇ ਨੇ, ਕਹਿੰਦੇ ਜੇਕਰ ਇਹ ਇਸੇ ਤਰੀਕੇ ਨਾਲ ਚੱਲਦਾ ਰਿਹਾ ਤਾਂ ਸ਼ਾਇਦ ਸਾਨੂੰ ਲੱਗਦਾ ਕਿ ਆਸ ਸੁਪਰੀਮ ਕੋਰਟ ਤੋਂ ਵੀ ਬਹੁਤੀ ਨਹੀਂ ਹੈਗੀ, ਕਿਉਂਕਿ ਜਿਸ ਤਰੀਕੇ ਨਾਲ ਨਿਆਂ ਪ੍ਰਣਾਲੀ ਦੇ ਉੱਤੇ ਗੱਲ ਦੇ ਉੱਤੇ ਵੀ ਸਵਾਲ ਖੜੇ ਹੁੰਦੇ ਨੇ, ਤਾਂ ਲੱਗਦਾ ਹੈ ਕਿ ਇਹ ਸੁਪਰੀਮ ਕੋਰਟ ਜਿਹੜਾ ਹੈਗਾ ਹੁਣ ਜਿਸ ਤਰੀਕੇ ਨਾਲ ਗੱਲਬਾਤ ਟੁੱਟ ਚੁੱਕੀ ਹੈਗੀ ਹੈ, ਡੈਡਲੌਕ ਬਣ ਚੁੱਕਿਆ ਹੈਗਾ, ਗੱਲਬਾਤ ਨਹੀਂ ਹੋ ਰਹੀ, ਸੁਪਰੀਮ ਕੋਰਟ ਕੋਈ ਜਿਹੜਾ ਹੈਗਾ ਹੱਲ ਕਢਵਾ ਪਾਊਗੀ। ਉਹ ਹੱਲ ਕੋਈ ਨਿਕਲਣ ਵਾਲਾ ਹੀ ਨਹੀਂ ਹੈ। ਜਿਹੜਾ ਹੱਲ ਆ ਉਹ ਕੱਢਤਾ, ਜਿਹੜਾ ਐਨਜੀਟੀ ਦਾ ਆਰਡਰ ਆ ਉਹ ਜਿਹੜਾ ਹੈਗਾ ਸਟਬਲ ਬਰਨਿੰਗ ਦਾ, ਉਹ ਕਿੱਦਾਂ ਉਹ ਵਾਪਸ ਲੈ ਲੈਣਗੇ, ਲੈ ਨਹੀਂ ਸਕਦੇ। ਜਦੋਂ ਕਿ ਸਰਕਾਰ ਨੇ ਫਿਰ ਵੀ ਕਿਹਾ ਸੀ ਕਿ ਇਹਦਾ ਰਸਤਾ ਕੱਢਾਂਗੇ, ਕਿਸਾਨ ਤੇ ਨਹੀਂ ਲਾਗੂ ਹੋਊਗਾ। ਠੀਕ ਹੈ, ਉਹ ਨੁਕਸਾਨ ਪਹਿਲਾਂ ਤਾਂ ਉਹ ਕਰਾਉਣਗੇ ਜਦੋਂ ਗੱਲ ਨਹੀਂ ਮੰਨਣਗੇ। ਅੱਛਾ, ਫਿਰ ਜਿਹੜਾ ਇਲੈਕਟ੍ਰਿਸਿਟੀ ਬਿੱਲ ਅਜੇ ਆਇਆ ਹੀ ਨਹੀਂ ਹੈ, ਉਹਦੇ ਬਾਰੇ ਵੀ ਖਦਸ਼ੇ ਜ਼ਾਹਿਰ ਕਰਦੇ ਸੀ। ਸਰਕਾਰ ਨੇ ਕਹਿਤਾ ਉਹ ਵੀ ਕਿਸਾਨ ਨੂੰ ਪ੍ਰਭਾਵਿਤ ਨਹੀਂ ਕਰੇਗਾ। ਠੀਕ ਹੈ ਨਾ ਜੀ। APMC ਦੇ ਐਕਟ ਦੀ ਗੱਲ ਸੀ, ਉਹਦੇ 'ਚ ਸਰਕਾਰ ਨੇ ਇਹ ਕਹਿਤਾ ਕਿ APMC ਮੰਡੀਆਂ ਕਾਇਮ ਰਹਿਣਗੀਆਂ, ਬਾਹਰ ਵੀ ਉਹੀ ਟੈਕਸ ਲੱਗੂਗਾ, ਬਾਹਰ ਵੀ ਉਹੀ ਰਜਿਸਟ੍ਰੇਸ਼ਨ ਹੋਏਗੀ, ਉਹ ਸਟੇਟ ਦਾ ਹੀ ਲਾਅ ਲਾਗੂ ਇੰਪਲੀਮੈਂਟ ਹੋਏਗਾ, ਉਹਦੇ ਤੇ ਸੈਂਟਰ ਦਾ ਨਹੀਂ ਹੋਏਗਾ। ਗੱਲ ਖਤਮ ਹੋ ਗਈ। ਉਹ ਵੀ APMC ਵੀ ਉਦਾਂ ਹੀ, ਮੰਡੀਆਂ ਵੀ ਉਦਾਂ ਹੀ ਰਹਿ ਗਈਆਂ। ਤੇ ਜਦੋਂ ਮੰਡੀਆਂ ਰਹਿ ਗਈਆਂ ਤੇ ਫਿਰ MSP ਦੀ ਖਰੀਦ ਵੀ ਉਦਾਂ ਹੀ ਰਹਿ ਗਈ ਐਜ਼ ਇਟ ਇਜ਼। ਮੰਡੀਆਂ ਕਰਕੇ ਹੀ ਖਰੀਦਾ ਨਾ, ਬਿਹਾਰ ਚ ਇਸ ਕਰਕੇ ਨਹੀਂ ਕਿ ਉੱਥੇ ਮੰਡੀ ਨਹੀਂ ਹੈ। ਠੀਕ ਹੈ ਨਾ ਜੀ। ਪੱਛਮੀ ਉੱਤਰ ਪ੍ਰਦੇਸ਼ ਇਸ ਕਰਕੇ ਕਿ ਉੱਥੇ ਵੀ ਮੰਡੀ ਹੈ। ਤਾਂ ਇਸ ਕਰਕੇ ਜਿਹੜੀਆਂ ਗੱਲਾਂ ਜਿਹੜੇ ਉਹਨਾਂ ਦੇ ਖਦਸ਼ੇ ਸੀ ਉਹ ਸਾਰੇ ਹੀ ਐਡਰੈਸ ਕਰਤੇ। ਫਿਰ ਉਹਨਾਂ ਨੇ ਕਿਹਾ ਕਿ ਕਿਸਾਨ ਦੀ ਜ਼ਮੀਨ ਤੇ ਕਬਜ਼ਾ ਹੋ ਜਾਏਗਾ। ਵੈਸੇ ਤਾਂ ਮੈਂ ਪੁੱਛਦਾ ਵੀ 6 ਮਹੀਨੇ ਹੋਏ ਕਾਨੂੰਨ ਲਾਗੂ ਹੋਇਆ ਨੂੰ, ਜੇ ਤੁਹਾਡੇ ਕੋਲ ਕੋਈ ਇਦਾਂ ਦਾ ਰੈਕੋਰਡ ਹੋਵੇ ਤਾਂ ਲੈ ਆਓ ਕਿ ਵੀ ਕਿਸੇ ਕਿਸਾਨ ਦੀ ਜ਼ਮੀਨ ਤੇ ਕਬਜ਼ਾ ਹੋਇਆ ਹੋਵੇ। ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ ਕਿਸੇ ਦੇ ਕੁਝ ਨਹੀਂ ਹੋਇਆ, ਨਾ ਉਹਦੇ 'ਚ ਕੁਝ ਐਸਾ ਹੈ। ਉਹਦੇ ਜ਼ਮੀਨ ਠੇਕੇ ਤੇ ਨਹੀਂ ਦੇਣੀ, ਸਿਰਫ ਫਸਲ ਹੀ ਠੇਕੇ ਤੇ ਦੇਣੀ ਹੈ। ਅੱਛਾ, ਉਸ ਤੋਂ ਬਾਅਦ ਵੀ ਸਰਕਾਰ ਨੇ ਕਿਹਾ ਵੀ ਕੀ ਖਦਸ਼ਾ ਹੈਗਾ। ਉਹਨਾਂ ਨੇ ਕਿਹਾ ਜੀ ਸਾਨੂੰ ਕੋਰਟ ਜਾਣ ਦਾ ਅਧਿਕਾਰ ਨਹੀਂ ਹੈ। ਉਹਨਾਂ ਨੇ ਕਿਹਾ ਲਓ ਕੋਰਟ ਜਾਣ ਦਾ ਵੀ ਅਧਿਕਾਰ ਦਿੱਤਾ ਤੇ ਨਾਲ ਫਾਸਟ ਟਰੈਕ ਕੋਰਟ ਵੀ ਬਣਾਤੀ। ਗੱਲ ਹੀ ਖਤਮ ਹੋ ਗਈ। ਫਿਰ ਤਾਂ ਜਿਹੜੇ ਉਹਨਾਂ ਦੇ ਖਦਸ਼ੇ ਸੀ ਉਹ ਵੀ ਐਡਰੈਸ ਹੋ ਗਏ। ਫਿਰ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਹੋਰ ਜਿਹੜੇ ਖਦਸ਼ੇ ਆ ਉਹ ਸਾਡੇ ਕੋਲ ਲੈ ਆਓ, ਉਹ ਵੀ ਤੁਹਾਡੇ ਹੱਲ ਕਰ ਦਿੰਦੇ ਆ। ਤੇ ਉਸ ਤੋਂ ਬਾਅਦ ਕਾਨੂੰਨ 'ਚ ਕੀ ਰਹਿ ਗਿਆ ਕਮੀ? ਕਾਨੂੰਨ 'ਚ ਕੋਈ ਕਮੀ ਹੋਵੇ, ਜਦੋਂ ਕਾਨੂੰਨ 'ਚ ਉਹੀ ਅਮੈਂਡਮੈਂਟਸ ਕਰਵਾ ਰਹੇ ਨੇ ਉਹਨਾਂ ਦੇ ਮੁਤਾਬਕ ਹੀ ਸਾਰਾ ਹੋ ਰਿਹਾ, ਫਿਰ ਉਹਨੂੰ ਵਾਪਸ ਲੈਣ ਦੀ ਗੱਲ ਕੀ ਹੋਗੀ? ਮੈਂ ਜਿਹੜੀ ਗੱਲ ਕਹਿ ਰਿਹਾ ਨਾ, ਇਹ ਸਮਝਦਾਰੀ ਨਾਲ ਸੋਚਣ ਵਾਲੀ ਗੱਲ ਆ। ਫਿਰ ਉਹਨਾਂ ਲੋਕਾਂ ਨੂੰ ਸੜਕਾਂ ਤੇ ਬਿਠਾਉਣ ਦਾ ਦੋਸ਼ੀ ਕੌਣ ਹੋ ਗਿਆ? ਅੱਜ ਜੇ ਉਹ ਬੈਠਦੇ ਆ ਇੰਨੀਆਂ ਗੱਲਾਂ ਮੰਨਣ ਦੇ ਬਾਅਦ ਹੋਰ ਵੀ ਉਹਨਾਂ ਦੀਆਂ ਮੰਨ ਲੈਂਦੇ ਆ, ਤੇ ਫਿਰ ਤਾਂ ਕਿਸਾਨ ਆਗੂ ਹੀ ਦੋਸ਼ੀ ਨੇ ਨਾ ਉਹਦੇ। ਇਹ ਤਾਂ 10 ਗੱਲਾਂ ਮੰਨੀਆਂ, ਅਜੇ ਹੋਰ ਵੀ ਬਾਕੀ ਹੈਗੀਆਂ। 18 ਗੱਲਾਂ ਹੈਗੀਆਂ, ਕਹਿੰਦੇ ਅਜੇ ਹੋਰ ਵੀ ਉਹ ਬਾਕੀ ਹੈਗੀਆਂ ਨੇ। ਅੱਜ ਹੀ ਰਾਤ ਨੂੰ ਮੀਟਿੰਗ ਕਰਵਾ ਦਿੰਦੇ ਆ। ਮੰਤਰੀ ਜੀ ਨੇ ਕਿਹਾ ਕਿ ਚਾਹੇ ਸਾਡੇ ਨਾਲ ਰਾਤ ਨੂੰ 12 ਵਜੇ ਬੈਠਣਾ ਚਾਹਣ, ਚਾਹੇ ਦਿਨ 'ਚ ਬੈਠਣਾ ਚਾਹਣ, ਜਦੋਂ ਚਾਹਣ ਉਦੋਂ ਹੀ ਬੈਠ ਕੇ ਜੈਸ ਔਰ ਨੋ ਛੱਡ ਕੇ ਆ। ਇੱਕ ਲਿਖਤੀ ਰੂਪ ਦੇ ਵਿੱਚ ਇੱਕ ਵਾਰ ਫਿਰ ਤੁਸੀਂ ਪ੍ਰਪੋਜ਼ਲ ਭੇਜ ਦਿਓ ਮੀਟਿੰਗ ਦਾ, ਤੁਸੀਂ ਆਪ ਤੁਸੀਂ ਪਹਿਲ ਕਰ ਲਓ। ਉਹ ਮੰਗਣ ਤਾਂ ਹੀ ਤਾਂ ਆਊਗੀ, ਪ੍ਰਪੋਜ਼ਲ ਉਹ ਮੰਗਣਾ ਨਹੀਂ ਚਾਹੁੰਦੇ। ਇੱਕ ਵਾਰ ਭੇਜ ਕੇ ਦੇਖੋ, ਜੇ ਨਹੀਂ ਸਾਹਮਣੇ ਤੁਸੀਂ ਨਾ ਮੈਨੂੰ ਯਾਰ ਮੇਰੀ ਗੱਲ ਸੁਣੋ, ਤੁਸੀਂ ਮੈਨੂੰ ਸਵਾਲ ਕਰ ਰਹੇ ਹੋ ਕਿ ਉਹ ਕਹਿੰਦੇ ਇਸ ਤਾਂ ਹੁਣ ਬੈਠਣਾ ਹੀ ਨਹੀਂ ਇਹਨਾਂ ਨਾਲ, ਤਾਂ ਇਹਨਾਂ ਕੋਲ ਕੋਈ ਤਾਕਤ ਨਹੀਂ ਹੈ। ਜਦੋਂ ਤਾਕਤ ਹੀ ਨਹੀਂ, ਉਹ ਮੰਤਰੀ ਨਹੀਂ ਮੰਨਦੇ, ਤੇ ਜਦੋਂ ਉਹ ਫਿਰ ਉਹਦੇ 'ਚ ਕੀ ਹੋਵੇ? ਉਹ ਕਹਿਣ ਕਿ ਸਾਨੂੰ ਪ੍ਰਪੋਜ਼ਲ ਦਿਓ, ਪ੍ਰਪੋਜ਼ਲ ਆਲਰੇਡੀ ਉਹਨਾਂ ਨੂੰ ਦਿੱਤੀ ਹੋਈ ਹੈ। ਉਹਦੇ ਜਿਹੜੀ ਉਹਨਾਂ ਦੇ ਚਲੋ ਉਹਨਾਂ ਨੇ ਖਾਰਿਜ ਕਰ ਦਿੱਤੀ, ਉਹ ਤਾਂ ਉਹਨਾਂ ਨੇ ਵਾਪਸ ਭੇਜ ਦਿੱਤੀ। ਕੱਲ ਦੀ ਮੀਟਿੰਗ ਰਖਵਾ ਦਿੰਦੇ ਆ, ਅੱਜ ਲੈਟਰ ਚਲਿਆ ਜਾਊ। ਉਹਨਾਂ ਤੋਂ ਪੁੱਛ ਲਓ ਕਿ ਜੈਸ ਨੂੰ ਛੱਡ ਕੇ ਆਉਂਦੇ ਆ, ਜਿਹੜੇ ਉਹ ਖਦਸ਼ੇ ਆ ਆਪਣੇ ਹੱਲ ਕਰਵਾ ਲੈਣ। ਜਿਹੜੇ ਉਹ ਕਹਿੰਦੇ ਆ, ਉਹਨਾਂ ਨੇ ਕਿਹਾ ਵੀ 8 ਮੰਨ ਲਏ, 10 ਹੋਰ ਸਾਡੇ ਰਹਿ ਗਏ। ਮੈਨੂੰ ਤਾਂ ਲੱਗਦਾ ਹੈ ਕਿ ਅੜੀ ਵਾਲੀ ਗੱਲ ਹੀ ਹੋਊਗੀ। ਕੇਂਦਰ ਸਰਕਾਰ ਵੀ ਕਹਿੰਦੀ ਹੈ ਕਿ ਅਸੀਂ ਰਿਪੀਲ ਨਹੀਂ ਕਰਨੇ, ਉਹ ਕਹਿੰਦੇ ਆ ਅਸੀਂ ਰਿਪੀਲ ਹੀ ਕਰਾਉਣੇ ਆ। ਫਿਰ ਤਾਂ ਕੋਈ ਗੱਲ ਨਿਕਲ ਹੀ ਨਹੀਂ ਸਕਦੀ ਹੈਗੀ ਇਸ ਤਰੀਕੇ ਨਾਲ। ਹੈ ਹੀ ਨਹੀਂ ਜਿਹੜਾ ਰਿਪੀਲ ਕਰਾਉਣਾ ਜੀ। ਰਿਪੀਲ ਕਰਾਉਣ ਦੀ ਜ਼ਰੂਰਤ ਕੀ, ਜਿਹੜਾ ਜਦੋਂ ਹੈ ਹੀ ਕੁਝ ਨਹੀਂ ਉਹਦੇ 'ਚ। ਜੋ ਇਹਨਾਂ ਦਾ ਸੀ ਇਹਨਾਂ ਦਾ ਹੀ ਭਰਿਆ ਹੋਇਆ ਉਹਦੇ 'ਚ, ਹੁਣ ਹੋਰ ਤਾਂ ਕੁਝ ਨਹੀਂ ਹੈ। ਬਾਕੀ ਹੋਰ ਭਰ ਲੈਣ ਉਹਦੇ 'ਚ, ਇਹ ਵੀ ਕਹਿਤਾ। ਤੇ ਇਹਦਾ ਮਤਲਬ ਅੜੀ ਫਿਰ ਕਿਹਦੀ ਹੋਈ? ਕੇਂਦਰ ਸਰਕਾਰ ਦੀ ਹੋਈ ਜਾਂ ਕਿਸਾਨਾਂ ਦੀ ਹੋਈ? ਤੁਸੀਂ ਗਲਤ ਗੱਲਾਂ ਨਾ ਕਰੋ। ਇਹ ਕਿਸਾਨ ਜਿਹੜੇ ਆਗੂ ਨੇ ਇਹਨਾਂ ਨੂੰ ਸਮਝਾਓ, ਇਹ ਜਦੋਂ ਬੈਠਣਾ ਚਾਹਣ ਬੈਠ ਸਕਦੇ ਆ। ਜਦੋਂ ਆ ਲੋਕਾਂ ਦਾ ਜਿਹੜੇ ਬਿਠਾਏ ਨੇ ਸਰਦੀ 'ਚ, ਇਹਨਾਂ ਦੇ ਦੋਸ਼ ਇਹਨਾਂ ਤੇ ਜਾਣਾ ਹੈਗਾ, ਸਰਕਾਰ ਤੇ ਬਿਲਕੁਲ ਨਹੀਂ ਹੈ। ਇਹਨਾਂ ਤੇ ਹੀ ਇਹ ਦੋਸ਼ ਜਥੇਬੰਦੀਆਂ ਤੇ। ਜਿਹੜੀਆਂ ਮੌਤਾਂ ਹੋ ਰਹੀਆਂ, ਇਹ ਲੋਕ ਇੰਨੇ ਸ਼ਹੀਦ ਹੋ ਰਹੇ ਨੇ, ਇਹ ਕਿਸਾਨਾਂ ਦੇ ਕਰਕੇ ਸ਼ਹੀਦ ਹੋ ਰਹੇ ਨੇ। ਫਿਰ ਜਦੋਂ ਅਸੀਂ ਸਾਰਾ ਕੁਝ ਮੰਨ ਰਹੇ ਆ ਤੇ ਉਸ ਦੇ ਬਾਵਜੂਦ ਇਹਨਾਂ ਨੇ ਕਰ ਰੱਖੇ ਆ। ਕਿਉਂ ਕਰ ਰੱਖਿਆ ਜੀ? ਉਹਦਾ ਕਾਰਨ ਉਹਨਾਂ ਨੂੰ ਪੁੱਛੋ ਨਾ, ਮੈਨੂੰ ਕਿਉਂ ਪੁੱਛਦੇ ਹੋ? ਕਿਹਦੇ ਕਾਰਨ ਕਰਕੇ ਹੋ ਰਿਹਾ ਤੁਸੀਂ ਆਪੇ ਸਮਝ ਲਓ। ਤੁਸੀਂ ਖੁਦ ਸੂਝਵਾਨ ਹੋ ਭਾਈ, ਮੈਂ ਇਹਦੇ 'ਚ ਕੀ ਦੱਸਾਂ? ਮੈਨੂੰ ਤਾਂ ਮੀਡੀਆ ਨੇ ਜਿੰਨੀਆਂ ਗਾਲਾਂ ਕਢਵਾਉਣੀਆਂ ਨੇ ਉਹ ਕਢਵਾਈ ਜਾਣੀਆਂ ਨੇ, ਇਸ ਤੇ ਵੀ ਪੈਣਗੀਆਂ। ਨਹੀਂ, ਸਾਡਾ ਗਰੇਵਾਲ ਸਾਹਿਬ, ਸਾਡਾ ਇਹ ਕੋਈ ਮਕਸਦ ਨਹੀਂ ਹੈਗਾ ਕਿ ਕਿਸੇ ਨੂੰ ਅਸੀਂ ਗਾਲਾਂ ਕਢਵਾਈਏ ਜਾਂ ਕਿਸੇ ਨੂੰ ਜਿਹੜਾ ਹੈਗਾ ਕੁਝ ਅਬਿਊਜ਼ ਕਰਵਾਈਏ। ਸਾਡੇ ਜਿਹੜੇ ਸਵਾਲ ਹੁੰਦੇ ਨੇ, ਸ਼ਾਇਦ ਤੁਹਾਡਾ ਤੇ ਉਹਨਾਂ ਦਾ ਸਿੱਧਾ ਰਾਬਤਾ ਨਹੀਂ ਹੋ ਪਾਉਂਦਾ ਹੈਗਾ। ਜੋ ਸਿੰਘੂ ਦੇ ਉੱਤੇ ਚਰਚਾਵਾਂ ਹੁੰਦੀਆਂ, ਜੋ ਗੱਲਾਂ ਹੁੰਦੀਆਂ, ਜੋ ਟਿੱਕਰੀ ਬਾਰਡਰ ਤੇ ਹੁੰਦੀਆਂ, ਉਹੀ ਅਸੀਂ ਲਿਆ ਕੇ ਤੁਹਾਡੇ ਕੋਲ ਰੱਖ ਦਿੰਦੇ ਹਾਂ ਕਿ ਸ਼ਾਇਦ ਤੁਹਾਡੇ ਤੋਂ ਕੋਈ ਜਿਹੜਾ ਹੈਗਾ ਜਵਾਬ ਮਿਲ ਜਾਵੇ। ਸਾਡੀ ਕਿਸਾਨ ਲੀਡਰਾਂ ਨਾਲ ਸਾਰਿਆਂ ਨਾਲ ਗੱਲ ਹੁੰਦੀ ਹੈ, ਉਹਨਾਂ ਨੂੰ ਸਾਰਿਆਂ ਨੂੰ ਪ੍ਰਾਰਥਨਾ ਕਰੀਦੀ ਹੈ
ਉਹ ਕਿਸੇ ਇੱਕ ਤਾਂ ਉਹ ਇੱਕ ਜਾਂ ਦੋ ਜਾਂ ਚਾਰ ਬੰਦੇ ਗੱਲ ਕਰਨ ਨੂੰ ਤਿਆਰ ਨਹੀਂ ਹੁੰਦੇ। ਇਹ ਗੱਲ ਜਿਹੜੀ ਆ ਤੁਸੀਂ ਜਦੋਂ ਪੰਚਾਇਤ ਕਰ ਹੁੰਦੇ ਦੇਖੀ ਹੋਣੀ ਹੈ, ਪਿੰਡਾਂ 'ਚ ਪੰਚਾਇਤ ਹੁੰਦੀ ਹੈ, 100-200 ਆਦਮੀ ਬੈਠਾ ਹੁੰਦਾ, ਫਿਰ ਉਹਦੇ ਚੋਂ ਦੋ ਜਾਂ ਚਾਰ ਆਦਮੀ ਅਲੱਗ ਉੱਠ ਕੇ ਜਾਂਦੇ ਆ। ਉਹ ਕਹਿੰਦੇ ਵੀ ਕਿਹੜੀ ਠੀਕ ਆ ਕਿਹੜੀ ਗਲਤ ਆ, ਆਪਸ ਸਲਾਹ ਕਰਦੇ ਆ। ਸਲਾਹ ਕਰਕੇ ਆ ਕੇ ਫਿਰ ਉਹਨੂੰ ਕਹਿੰਦੇ ਵੀ ਫੈਸਲਾ ਸੁਣਾ ਦਈਏ, ਤੁਹਾਨੂੰ ਮਨਜ਼ੂਰ ਹੋ? ਉਹ ਕਹਿੰਦੇ ਹਾਂਜੀ ਮਨਜ਼ੂਰ ਹੋ। ਫਿਰ ਉਹ ਚਾਰ ਬੰਦੇ ਆ ਕੇ ਫੈਸਲਾ ਸੁਣਾ ਦਿੰਦੇ ਆ ਕਿ ਵੀ ਆਹ ਫੈਸਲਾ ਹੋਇਆ, ਇਹ ਤੁਸੀਂ ਗਲਤ ਹੋ, ਤੁਸੀਂ ਸਹੀ ਹੋ, ਇਹ ਕੰਮ ਨਹੀਂ ਹੋਣਾ ਚਾਹੀਦਾ। ਤਾਂ ਪੰਚਾਇਤਾਂ 'ਚ ਫੈਸਲੇ ਹੁੰਦੇ ਅੱਜ ਸਦੀਆਂ ਬੀਤ ਗਈਆਂ। ਪੰਚਾਇਤੀ ਸਿਸਟਮ ਜਿਹੜਾ ਪਿੰਡਾਂ ਦਾ ਆਪਦਾ ਸੀ, ਸਰਕਾਰ ਦਾ ਨਹੀਂ, ਸਰਕਾਰ ਦੀਆਂ ਪੰਚਾਇਤਾਂ ਦਾ ਫਰਾਡ ਨੇ। ਜਿਹੜਾ ਪੰਚਾਇਤੀ ਸਿਸਟਮ ਪਿੰਡਾਂ ਦਾ ਸੀ, ਅੱਜ ਵੀ ਹੈਗਾ, ਬਰਾਦਰੀਆਂ ਦਾ ਵੀ ਹੈਗਾ, ਸਭ ਦਾ ਹੈਗਾ। ਤਾਂ ਉਹਦੇ 'ਚ ਇਹ ਫੈਸਲੇ ਇਦਾਂ ਹੀ ਹੁੰਦੇ ਨੇ। ਜੇ ਦੋ ਚਾਰ ਬੰਦੇ ਉਹ ਬੈਠਣਾ ਚਾਹਣ, ਪੰਜ, ਤੁਸੀਂ ਪੁੱਛ ਲਓ ਉਹਨਾਂ ਨੂੰ, ਬਿਠਾ ਦਿੰਦੇ ਆ, ਬੈਠ ਕੇ ਤੈਅ ਕਰ ਲੈਣ, ਬਾਕੀ ਸਾਰਿਆਂ ਨੂੰ ਬੁਲਾ ਲੈਣ, ਮੀਟਿੰਗ ਹੋ ਜੂਗੀ। ਮੀਟਿੰਗ ਹੋ ਕੇ ਉਹਦੇ ਜਦੋਂ ਉਹਨਾਂ ਦੇ ਖਦਸ਼ੇ ਸਾਰੇ ਹੱਲ ਹੋ ਜਾਣ ਤੇ ਇਹਨਾਂ ਨੂੰ ਕਹਿਣ ਬਈ ਭਰਾ। ਮੈਨੂੰ ਲੱਗਦਾ ਉਹ ਵੀ ਕਹਿੰਦੇ ਹੁਣ ਤਾਂ ਗੱਲ ਸਾਡੀ ਤਾਂ ਰਹੀ ਨਹੀਂ, ਹੁਣ ਤਾਂ ਇਹ ਲੋਕਾਂ ਦੀ ਗੱਲ ਰਹਿ ਗਈ। ਲੋਕ ਜਿਹੜੇ ਇੱਥੇ ਪਹੁੰਚੇ ਹੋਏ ਨੇ ਉਹਨਾਂ ਨੂੰ ਕੀ ਜਵਾਬ ਦਿੱਤਾ ਜਾਊਗਾ? ਲੋਕ ਤਾਂ ਇਹ ਕਹਿੰਦੇ ਨੇ ਕਿ ਇਹਨਾਂ ਨੂੰ ਰਿਪੀਲ ਕਰਾ ਕੇ ਹੀ ਵਾਪਸ ਮੁੜਾਂਗੇ। ਤਾਂ ਸ਼ਾਇਦ ਫਿਰ ਮੈਨੂੰ ਲੱਗਦਾ ਹੁਣ ਆਖਰੀ ਹੱਲ ਜਿਹੜਾ ਹੈਗਾ ਉਹ ਪ੍ਰਧਾਨ ਮੰਤਰੀ ਉਹਨਾਂ ਦੇ ਬਚਿਆ ਹੈਗਾ ਕਿ ਜੇਕਰ ਉਹ ਇੰਟਰਵੀਨ ਕੁਝ ਕਰਦੇ ਹੈਗੇ ਨੇ, ਉਹ ਕੋਈ ਸੱਦਾ ਭੇਜਦੇ ਨੇ, ਤਾਂ ਹੀ ਜਿਹੜਾ ਹੈਗਾ ਫਿਰ ਉਹ ਹੱਲ ਨਿਕਲੂਗਾ। ਫਿਰ ਵੀ ਨਹੀਂ ਨਿਕਲਣਾ। ਜਿਸ ਤਰੀਕੇ ਨਾਲ ਗੱਲ ਚੱਲ ਰਹੀ ਹੈ ਨਾ, ਫਿਰ ਵੀ ਨਹੀਂ ਨਿਕਲਣ। ਜੇ ਪ੍ਰਧਾਨ ਮੰਤਰੀ ਨਾਲ ਵੀ ਜੈਸ ਔਰ ਨੋ 'ਚ ਗੱਲ ਹੋਊਗੀ ਤਾਂ ਪ੍ਰਧਾਨ ਮੰਤਰੀ ਵੀ ਨਹੀਂ ਕਰ ਸਕਦੇ। ਜਦੋਂ ਤੁਸੀਂ ਤੇ ਮੈਂ ਆਪਸ 'ਚ ਨਹੀਂ ਕਰ ਸਕਦੇ ਜੈਸ ਔਰ ਨੋ ਤੇ ਗੱਲ, ਤੇ ਪ੍ਰਧਾਨ ਮੰਤਰੀ ਕਿਸ ਤਰ੍ਹਾਂ ਕਰ ਲੈਣਗੇ ਜੀ? ਕਿਸ ਤਰ੍ਹਾਂ ਹੋ ਜੂਗੀ? ਇੰਟਰਵਿਊ ਖਤਮ ਕਰਦੇ ਹਾਂ, ਸਮਾਪਤ ਕਰਦੇ ਹਾਂ। ਫਿਰ ਇਸ ਦਾ ਮਤਲਬ ਤਾਂ ਇਹ ਹੈ ਕਿ ਇਹ ਇੱਥੇ ਹੀ ਬੈਠੇ ਰਹਿਣਗੇ, ਸਰਕਾਰ ਆਪਣੀ ਗੱਲ ਦੇ ਉੱਤੇ ਫਿਰ ਰਹੂਗੀ। ਅਸੀਂ ਕਦੋਂ ਕਹਿੰਦੇ ਬੈਠੇ ਰਹਿਣ? ਸਾਡੇ ਤੇ ਨਾ ਮੱਥੇ ਤੇ ਮੜੋ ਇਹ ਚੀਜ਼ਾਂ। ਉਹ ਤਾਂ ਕਿਸ ਨੂੰ ਬਲੇਮ ਕਰੀਏ? ਕਿਸਾਨ ਲੀਡਰ ਜਿਹੜੇ ਗੱਲ ਨਹੀਂ ਕਰ ਰਹੇ, ਜਿਹੜੇ ਉਹ ਟੇਬਲ ਟਾਕ ਕਰ ਹੀ ਨਹੀਂ ਰਹੇ, ਉਹ ਜ਼ਿੰਮੇਦਾਰ ਨੇ। ਇਹਦੇ 'ਚ ਸਰਕਾਰ ਜ਼ਿੰਮੇਦਾਰ ਨਹੀਂ ਹੈ। ਸਰਕਾਰ ਤਿਆਰ ਹੈ, 24 ਘੰਟੇ ਤਿਆਰ ਹੈ। ਜੇ ਤੁਸੀਂ ਇਹ ਕਹੋਗੇ ਐਸ ਮੰਤਰੀ ਕੋਲ ਪਾਵਰ ਨਹੀਂ ਜੀ, ਐਸ ਕੋਲ ਨਹੀਂ ਜੀ, ਅਸੀਂ ਇਹਦੇ ਨਾਲ ਨਹੀਂ ਬੈਠਣਾ, ਫਿਰ ਥੋੜਾ ਗੱਲ ਹੋਣੀ। ਜਿਨ੍ਹਾਂ ਦਾ ਡਿਪਾਰਟਮੈਂਟ ਆ ਤੁਸੀਂ ਉਹਦੇ ਨਾਲ ਬੈਠਣਾ ਨਹੀਂ ਚਾਹੁੰਦੇ। ਪ੍ਰਧਾਨ ਮੰਤਰੀ ਜੀ ਵੀ ਡਿਪਾਰਟਮੈਂਟ ਵਾਲੇ ਮਿਨਿਸਟਰ ਨਾਲ ਗੱਲ ਕੀਤੇ ਬਿਨਾਂ। ਘਰ ਦਾ ਮੁਖੀਆ ਤਾਂ ਪ੍ਰਧਾਨ ਮੰਤਰੀ ਹੁੰਦਾ ਹੈ। ਆਪਣੇ ਘਰ ਨੂੰ ਹੀ ਬਚਾ ਲੈਣ, ਆਪਣੇ ਘਰ ਦੀ ਜਿਹੜੀ ਹੈਗੀ ਆ ਉਹ ਦੇਖ ਰੇਖ ਕਰ ਲੈਣ। ਕੋਈ ਵੀ ਸੰਸਥਾ ਚੱਲਦੀ ਹੈ ਜਾਂ ਕੋਈ ਵੀ ਸਰਕਾਰ ਚੱਲਦੀ ਹੈ, ਉਹਨੂੰ ਕਹਿੰਦੇ ਡਿਵੀਜ਼ਨ ਆਫ ਵਰਕ। ਬੜੇ ਬੜੇ ਇੰਡਸਟਰੀਲਿਸਟ ਨੇ, MBA 'ਚ ਵੀ ਪੜ੍ਹਾਈ ਹੁੰਦੀ ਹੈ, ਡਿਵੀਜ਼ਨ ਆਫ ਵਰਕ ਹੁੰਦਾ। ਉਸ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਮੋਨੀਟਰਿੰਗ ਹੁੰਦੀ ਹੈ ਸਿਰਫ। ਠੀਕ ਹੈ, ਜਿਹੜਾ ਗੱਲਾਂ ਖਤਮ ਹੋ ਜਾਂਦੀਆਂ ਫਿਰ ਤਾਂ ਟੌਪ ਹਾਇਰਾਰਕੀ ਕੋਲ ਹੀ ਜਾਂਦਾ ਨਾ ਬੰਦਾ, ਸਭ ਤੋਂ ਟੌਪ ਹਾਇਰਾਰਕੀ 'ਚ। ਹਾਂ, ਪ੍ਰਧਾਨ ਮੰਤਰੀ ਨੂੰ ਵੀ ਉਸ ਡਿਪਾਰਟਮੈਂਟ ਦੇ ਮਿਨਿਸਟਰ ਕੋਲੋਂ ਹੀ ਪੁੱਛਣਾ ਪੈਣਾ ਕਿ ਆਹ ਦਰੁਸਤ ਆ ਜਾਂ ਆਹ ਨਹੀਂ ਹੈ, ਕਿਉਂਕਿ ਰੋਜ਼ ਦਾ ਇਨਵੋਲਵਮੈਂਟ ਆ ਉਹਦੀ ਐਗਰੀਕਲਚਰ ਦੇ ਕੰਮਾਂ 'ਚ, ਉਸੇ ਨੇ ਸਾਰਾ ਕਰਨਾ। ਤੇ ਜਦੋਂ ਉਹੀ ਬੈਠਣ ਨੂੰ ਤਿਆਰ ਹੈ ਐਗਰੀਕਲਚਰ ਮਿਨਿਸਟਰ, ਔਰ ਕਾਬਲ ਆ ਸਾਡਾ ਐਗਰੀਕਲਚਰ ਮਿਨਿਸਟਰ, ਬਹੁਤ ਕਾਬਲ ਆ। ਤੇ ਉਹ ਕਿਸਾਨ ਵੀ ਮੰਨਦੇ ਆ ਇਸ ਗੱਲ ਨੂੰ ਕਿ ਪੇਸ਼ੈਂਸ ਬਹੁਤ ਜ਼ਿਆਦਾ, ਨਰਮਾਈ ਬਹੁਤ ਜ਼ਿਆਦਾ, ਤੇ ਫਿਰ ਉਹਨਾਂ ਨੂੰ ਮੰਨਣਾ। ਤਾਂ ਕਹਿੰਦੇ ਜਵਾਬ ਨਹੀਂ ਹੁੰਦਾ, ਇਸ ਕਰਕੇ ਨਰਮਾਈ ਹੁੰਦੀ ਹੈ, ਇਸ ਕਰਕੇ ਉਹ ਚੁੱਪ ਬੈਠਦੇ ਨੇ। ਇਦਾਂ ਤਾਂ ਝੂਠ ਬੋਲਣਾ ਹੋਵੇ ਕਿਸੇ ਲਈ, ਬੋਲਦੇ ਰਹੋ ਜੀ। ਸਭ ਜਵਾਬ ਨੇ, ਹਰ ਚੀਜ਼ ਦਾ ਜਵਾਬ ਆ। ਉਹ ਜਵਾਬ ਲੋਕਾਂ ਨੂੰ ਜਾ ਕੇ ਦੱਸਣਾ ਨਹੀਂ ਚਾਹੁੰਦੇ। ਜਿਹੜੇ ਜਵਾਬ ਉਹਨਾਂ ਨੂੰ ਮਿਲੇ ਆ ਉਹ ਸਭ ਹਰ ਚੀਜ਼ ਜਵਾਬ ਮਿਲੇ ਹੈਗੇ। ਦੱਸ ਦਿਓ ਫਿਰ, ਤੁਸੀਂ ਵੀ ਕੈਮਰੇ ਮੂਰੇ ਹੈਗੇ ਹੋ, ਕੀ ਜਵਾਬ ਉਹਨਾਂ ਨੂੰ ਮਿਲੇ ਹੈਗੇ? ਆ ਜਿਹੜੇ ਖਦਸ਼ੇ ਉਹਨਾਂ ਨੇ ਲਿਖ ਕੇ ਦਿੱਤੇ ਸੀ ਉਹ ਸਾਰੇ ਹੀ ਮੰਨ ਲਏ, ਤੇ ਜਵਾਬ ਕੀ ਮਿਲਣਾ? ਉਹ ਦੱਸ ਦੇਣ ਨਾ ਕਿ ਇਮਾਨਦਾਰੀ ਨਾਲ ਸਰਕਾਰ ਨੇ ਸਾਰੀਆਂ ਗੱਲਾਂ ਮੰਨ ਲਈਆਂ, ਹੁਣ ਬੈਠਣ ਦੀ ਜ਼ਰੂਰਤ ਨਹੀਂ। ਉਹਨੂੰ ਕਿਉਂ ਲੰਬਾ ਕਰ ਰਹੇ ਆ, ਕਿਉਂ ਲੋਕਾਂ ਦੀਆਂ ਹੱਤਿਆਵਾਂ ਹੋ ਰਹੀਆਂ ਨੇ ਉੱਥੇ, ਤੇ ਉਹਦਾ ਦੋਸ਼ੀ ਕੌਣ ਆ? ਉਹ ਲੋਕ ਭੋਲੇ ਭਾਲੇ ਨੇ, ਉਹਨਾਂ ਨੂੰ ਇਹ ਦੱਸਣਾ ਪਏਗਾ। ਉਹ ਅੱਗੇ ਕਮਿਊਨਿਸਟਾਂ ਦੇ ਦਬਾਅ 'ਚ ਆ ਗਏ। ਬਸ ਆਹ ਗੱਲ। ਤੁਸੀਂ ਕਿਉਂ ਨਹੀਂ ਦੱਸ ਪਾ ਰਹੇ? ਤੁਸੀਂ ਦੱਸ ਦਿਓ, ਤੁਸੀਂ ਸਮਝਾ ਦਿਓ, ਤੁਸੀਂ ਕਿਉਂ ਨਹੀਂ ਸਮਝਾ ਪਾ ਰਹੇ? ਦਿੱਤਾ ਮੈਂ ਤੁਹਾਨੂੰ ਸਾਰੀਆਂ ਗੱਲਾਂ, ਤੁਹਾਡੇ ਇਹਨੂੰ ਮੀਡੀਆ ਰਾਹੀਂ। ਲੋਕਾਂ ਦੇ ਵਿੱਚ ਬੀਜੇਪੀ ਪ੍ਰਤੀ ਭਰੋਸਾ ਕਿਉਂ ਨਹੀਂ ਰਿਹਾ ਹੈਗਾ? ਪੰਜਾਬ ਦੀ ਗੱਲ ਕਰ ਲਈਏ ਆਪਾਂ ਜਾਂ ਹੋਰ ਸਟੇਟਸ ਦੀ ਆਪਾਂ ਗੱਲ ਕਰੀਏ ਜਿੱਥੇ ਕਿਸਾਨ ਆਏ ਨੇ, ਉਹ ਫਿਰ ਕਿਉਂ ਨਹੀਂ ਭਰੋਸਾ? ਗੱਲ ਸੁਣੋ, ਜੇ ਬਿਹਾਰ 'ਚ ਭਰੋਸਾ ਨਾ ਹੁੰਦਾ ਸੀ ਚੁਣਾਵ ਜਿੱਤਦੇ। ਜੇ ਹੁਣ ਅੱਗੇ ਵੈਸਟ ਬੰਗਾਲ 'ਚ ਭਰੋਸਾ ਨਹੀਂ ਹੋਊਗਾ ਅਸੀਂ ਚੁਣਾਵ ਜਿੱਤਾਂਗੇ। ਤੇ ਜਦੋਂ ਪੰਜਾਬ 'ਚ ਆਊਗਾ ਨਾ ਉਦੋਂ ਵੀ ਪਤਾ ਲੱਗ ਜਾਊਗਾ। ਠੀਕ ਹੈ ਗੱਲ? ਉਹ ਮੈਂ ਕਹਿਣਾ ਨਹੀਂ ਚਾਹੁੰਦਾ ਸਾਰੀਆਂ ਗੱਲਾਂ। ਭਰੋਸਾ ਸਾਡੇ ਤੇ ਕਰਦੇ ਆ ਲੋਕ। ਇਹ ਇੱਕ ਮੂਵਮੈਂਟ ਹੈ। ਲੋਕ ਭਰੋਸਾ ਕਰਦੇ ਨੇ ਬੀਜੇਪੀ? ਬਿਲਕੁਲ ਕਰਦੇ ਆ, ਤੁਸੀਂ ਦੇਖਿਓ, ਕਰਨਗੇ। ਉਹੀ ਜੀ ਗੱਲ ਨਹੀਂ ਹੈ। ਤੇ ਇਹ ਜਿਹੜੇ ਲੋਕ ਬੈਠੇ ਆ, ਅਸੀਂ ਉਹਨਾਂ ਦੀ ਰਿਸਪੈਕਟ ਕੀਤੀ ਹੈ, ਉਹ ਤਾਂ ਇਹ ਸਾਰਾ ਕੁਝ ਹੋ ਰਿਹਾ। ਤੇ ਇਹਨਾਂ ਨੂੰ ਇਹੀ ਪ੍ਰਾਰਥਨਾ ਕਿਸਾਨ ਆਗੂਆਂ ਨੂੰ ਕਿ ਜੈਸ ਔਰ ਨੋ ਛੱਡ ਕੇ ਗੱਲਬਾਤ ਤੇ ਆਉਣ। ਗੱਲਬਾਤ ਤੇ ਆ ਕੇ ਇਸ ਗੱਲ ਨੂੰ ਨਿਪਟਾ ਲੈਣ। ਉਹਨਾਂ ਦੀਆਂ ਸਾਰੀਆਂ ਗੱਲਾਂ ਮੰਨ ਲਈਆਂ, ਜਿਹੜੀਆਂ ਦੋ ਚਾਰ ਰਹਿ ਗਈਆਂ ਉਹ ਵੀ ਮੰਨ ਲੈਣੀਆਂ ਸਰਕਾਰ ਨੇ, ਕਰਕੇ ਜਲਦੀ ਖਤਮ ਕਰਨ। ਲੋਕਾਂ ਨੂੰ ਕਿਉਂ ਠੰਡ 'ਚ ਇਹਨਾਂ ਨੇ ਬਿਠਾ ਰੱਖਿਆ? ਬਹੁਤ ਬਹੁਤ ਧੰਨਵਾਦ ਗਰੇਵਾਲ ਸਾਹਿਬ। ਤਾਂ ਹਰਜੀਤ ਗਰੇਵਾਲ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਹੈਗੀ ਹੈ ਉਹ ਖੁੱਲ ਕੇ ਹੋਈ ਹੈਗੀ ਹੈ, ਸਾਰੇ ਮੁੱਦਿਆਂ ਦੇ ਉੱਤੇ ਗੱਲਬਾਤ ਹੋਈ ਹੈ। ਪਰ
ਜਿਸ ਤਰੀਕੇ ਦੇ ਨਾਲ ਕੇਂਦਰ ਦੀ ਸਰਕਾਰ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਇਹ ਕਾਨੂੰਨ ਰਿਪੀਲ ਨਹੀਂ ਹੋਣਗੇ, ਇਹ ਰੱਦ ਨਹੀਂ ਹੋਣਗੇ, ਉਸੇ ਤਰੀਕੇ ਨਾਲ ਗਰੇਵਾਲ ਸਾਹਿਬ ਹੁਣੀ ਵੀ ਇਹੀ ਗੱਲ ਕਹਿ ਰਹੇ ਨੇ ਕਿ ਇਹ ਕਾਨੂੰਨ ਰਿਪੀਲ ਨਹੀਂ ਹੋਣਗੇ। ਜਿਹੜੀਆਂ ਤੁਹਾਡੀਆਂ ਖਦਸ਼ਾਵਾਂ ਹੈਗੀਆਂ ਨੇ, ਜਿਹੜੇ ਤੁਹਾਡੇ ਖਦਸ਼ੇ ਹੈਗੇ ਨੇ, ਉਹ ਸਾਰੇ ਦੂਰ ਕਰ ਦਿੱਤੇ ਗਏ ਹੈਗੇ ਨੇ। ਉਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਰਿਪੀਲ ਕਰ ਦਿੱਤਾ ਗਿਆ, ਉਹਨਾਂ ਨੂੰ ਅਮੈਂਡ ਕਰ ਦਿੱਤਾ ਗਿਆ। ਜੇ ਕੁਝ ਹੋਰ ਵੀ ਤੁਹਾਡੇ ਕੋਲ ਗੱਲਾਂ ਹੈਗੀਆਂ ਤੁਸੀਂ ਲੈ ਆਓ, ਅਸੀਂ ਗੱਲਬਾਤ ਕਰ ਲਾਂਗੇ। ਗੱਲਬਾਤ ਹੀ ਜਿਹੜਾ ਹੈਗਾ ਉਹ ਮਸਲੇ ਦਾ ਹੱਲ ਕੱਢੇਗੀ। ਪਰ ਹੁਣ ਦੇਖਣਾ ਹੋਊਗਾ ਕਿ ਗੱਲਬਾਤ ਜਿਹੜੀ ਹੈਗੀ ਆ ਉਹ ਕਿੱਥੇ ਲੱਗਦੀ ਹੈ, ਕਿਸ ਤਣ ਪੱਤਨ ਜਿਹੜੀ ਹੈਗੀ ਹੈ ਗੱਲਬਾਤ ਪਹੁੰਚਦੀ ਹੈ, ਕਿ ਵਾਕਈ ਦੇ ਵਿੱਚ ਇਹ ਜਿਹੜੇ ਕਾਨੂੰਨ ਬਣਾਏ ਗਏ ਨੇ ਇਹਨਾਂ ਦੇ ਵਿੱਚ ਅਮੈਂਡਮੈਂਟ ਹੁੰਦੀ ਹੈਗੀ ਹੈ ਜਾਂ ਇਹਨਾਂ ਨੂੰ ਕਿਸਾਨ ਰਿਪੀਲ ਕਰਾ ਕੇ ਹੀ ਵਾਪਸ ਜਾਣਗੇ। ਕੈਮਰਾਮੈਨ ਬਲਜਿੰਦਰ ਦੇ ਨਾਲ ਗਗਨਦੀਪ ਸਿੰਘ, ਟੀਵੀ ਪੰਜਾਬ, ਦਿੱਲੀ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।